ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। सत श्री अकाल सारिਆਂ ਨੂੰ नमस्ते आदाब। मेरा नाम है फनकार ਤੇ ਰੇਸ ਅਕੈਡਮੀ ऑफिशियल ਤੇ ਤੁਹਾਡਾ ਸਵਾਗਤ ਹੈ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਦੱਬਿਆ ਕਰੋ ਬੈਲ ਆਈਕਨ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾਣ। ਸੋ ਜੀਕੇ ਐਡਿਕਸ਼ਨ ਸੀਰੀਜ਼ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਜੀਕੇ ਐਡਿਕਸ਼ਨ ਕਿਸੇ ਵੀ ਚੀਜ਼ ਦੀ ਹੋਵੇ ਵਧੀਆ ਹੀ ਹੁੰਦੀ ਹੈ ਇੱਕ ਤਰੀਕੇ ਦੇ ਨਾਲ, ਜੇਕਰ ਉਹ ਚੰਗੀ ਚੀਜ਼ ਹੋਵੇ, ਪਰ ਜੇ ਮਾੜੀ ਹੋਵੇ ਤਾਂ ਉਨੀ ਹੀ ਐਡਿਕਸ਼ਨ ਉਹ ਮਾੜੀ ਹੋ ਜਾਂਦੀ ਹੈ। ਸੋ ਜੀਕੇ ਦੇ ਨਾਲ ਐਡਿਕਸ਼ਨ ਪਾਉਣੀ ਕੋਈ ਮਾੜੀ ਗੱਲ ਨਹੀਂ ਹੈਗੀ, ਬਹੁਤ ਚੰਗੀ ਗੱਲ ਹੈ। ਸੋ ਇਹ ਐਡਿਕਸ਼ਨ ਤੁਹਾਨੂੰ ਮੈਂ ਆਪਣੇ ਆਪ ਲਵਾਉਂਗਾ, ਬਸ ਤੁਸੀਂ ਕੰਟੀਨਿਊ ਬਣ ਕੇ ਰਹਿਣਾ ਹੈ। ਰਾਈਟ, SSSB ਨੂੰ ਆਪਾਂ ਟਾਰਗੇਟ ਕਰਾਂਗੇ, ਜਿਵੇਂ ਇੱਥੇ ਤੁਹਾਡਾ ਲਿਖਿਆ ਹੋਇਆ ਕਿ ਟਾਰਗੇਟ SSSB ਐਗਜ਼ਾਮ। SSSB ਐਗਜ਼ਾਮ ਦਾ ਮਤਲਬ ਕੀ ਹੈ, ਚਾਹੇ ਫਿਰ ਉਹ ਕਲਰਕ ਦਾ ਪੇਪਰ ਹੈ, ਚਾਹੇ ਵੀਡੀਓ ਹੈ, ਚਾਹੇ ਤੁਹਾਡਾ ਕੋਆਪਰੇਟਿਵ ਬੈਂਕ ਹੋ ਗਿਆ, ਜਾਂ ਫਿਰ ਐਕਸਾਈਜ਼ ਦਾ ਪੇਪਰ ਹੈ, ਜੋ ਵੀ ਹੈ SSSB ਦੇ ਨਾਲ ਜਿੰਨੇ ਵੀ ਪੇਪਰ ਹੁਣ ਹੋਣੇ ਆ ਜਾਂ ਹੋਣਗੇ, ਇਹ ਟੈਸਟ ਸੀਰੀਜ਼ ਜਾਂ ਇਹ ਜਿਹੜੀ ਜੀਕੇ ਸੀਰੀਜ਼ ਹੈ ਬੇਸਿਕਲੀ ਤੁਹਾਡੇ ਵਾਸਤੇ ਕਾਫੀ ਬੈਨੀਫਿਟ ਇਹ ਰਹੂਗੀ। ਬਸ ਸ਼ੁਰੂ ਦੇ ਵਿੱਚ ਜੋ ਮਾੜੀ ਮੋਟੀ ਸ਼ਰਤਾਂ ਉਹਨਾਂ ਨੂੰ ਮੈਂ ਦੱਸੂਗਾ। ਇਹ ਕਲਾਸ ਭਾਵੇਂ ਲਾਈਵ ਹੋਵੇ ਭਾਵੇਂ ਰਿਕਾਰਡਡ ਹੋਵੇ, ਤੁਸੀਂ ਬਸ ਐਂ ਮੰਨ ਲਓ ਵੀ ਤੁਹਾਡੇ ਵਾਸਤੇ ਇਹ ਵੀਡੀਓ ਇੰਨੀ ਇੰਪੋਰਟੈਂਟ ਹੋਣੀ ਚਾਹੀਦੀ ਵੀ ਇਹਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਡਾ ਪੇਪਰ ਦੇ ਵਿੱਚ ਜੇਕਰ ਰਿਪੀਟ ਹੁੰਦਾਗਾ ਤਾਂ ਉਹਨੂੰ ਗਲਤ ਨਹੀਂ ਕਰਨਾ। ਐਂਡ ਇਹ ਮੇਰੀ ਗਾਰੰਟੀ ਹੈ ਕਿ ਜਦੋਂ ਤੱਕ ਆਪਾਂ ਪੇਪਰ ਤੱਕ ਜਾਵਾਂਗੇ, ਯਾਨੀ ਆਪਾਂ ਬਹੁਤ ਕੁਐਸਚਨ ਕਰ ਲਾਂਗੇ ਤੇ ਇਹਨਾਂ ਦੇ ਵਿੱਚੋਂ ਕੁਐਸਚਨ ਪੱਕਾ ਤੁਹਾਡੇ ਪੇਪਰ ਦੇ ਵਿੱਚ ਫਸਣਗੇ ਜ਼ਰੂਰ। ਰਾਈਟ, ਸੋ ਆਪਾਂ ਜਲਦੀ ਸਟਾਰਟ ਕਰਦੇ। ਬਾਕੀ ਗੱਲਾਂ ਬਾਤਾਂ ਬਹੁਤ ਘੱਟ ਤੇ ਕੰਮ ਜ਼ਿਆਦਾ, ਇਹ ਮੈਂ ਨਾਲ ਤੁਹਾਨੂੰ ਵੈਸੇ ਵੀ ਰਾਇਆਂ ਦਿੰਦਾ ਰਹੂੰਗਾ। ਬਾਕੀ ਮੋਟੀਵੇਸ਼ਨ ਸਾਰਾ ਕੁਝ ਮੈਂ ਵਿੱਚ ਤੁਹਾਨੂੰ ਡੋਜ਼ ਉਹ ਦਿੰਦਾ ਰਹੂੰਗਾ। ਰਾਈਟ, ਸੋ ਬਸ ਇਹੀ ਗੱਲ ਹੈ ਕਿ ਇਹਦੇ ਵਿੱਚ ਜਨਰਲ ਨੌਲੇਜ ਦੇ MCQ ਹੋਣਗੇ, ਜਿਵੇਂ ਤੁਹਾਡਾ PSSB ਦਾ ਪੈਟਰਨ ਬਣਦਾ, ਕੁਝ ਉਹਦੇ ਵਿੱਚ ਇੰਡੀਅਨ ਜੀਕੇ ਦੇ ਹੋਣਗੇ। ਰਾਈਟ, ਕਰੰਟ ਅਫੇਅਰ ਵੀ ਵਿੱਚ ਹੀ ਹੋਣਗੇ, ਯਾਨੀ ਜਿਵੇਂ ਇਹ ਬੇਸਿਕਲੀ ਇੱਕ ਤਰੀਕੇ ਦਾ ਪੇਪਰ ਆ ਬਸ, ਕਿ ਜੇਕਰ ਪੇਪਰ ਆਊਗਾ ਤਾਂ ਇਸ ਤਰੀਕੇ ਦਾ ਪੇਪਰ ਉਹ ਆ ਸਕਦਾ ਜੀਕੇ ਦਾ। ਰਾਈਟ, ਸੇਮ ਇਹਦੇ ਵਿੱਚ ਪੰਜਾਬ ਜੀਕੇ ਹੋਊਗੀ, ਸੇਮ ਉਵੇਂ ਕਰੰਟ ਅਫੇਅਰ, ਸੇਮ ਉਵੇਂ ਪੋਲਿਟੀ, ਸੇਮ ਉਵੇਂ ਜਿਵੇਂ ਟੌਪਿਕ ਵਾਈਜ਼ ਬੇਸਿਕਲੀ ਇੱਕ ਤਰੀਕੇ ਨਾਲ ਤੁਸੀਂ ਦੇਖਦੇ ਹੋ ਵੀ ਜਿਵੇਂ ਪੇਪਰ ਆਉਂਦਾ। ਬਾਕੀ ਆਪਾਂ ਸਟਾਰਟ ਕਰਾਂਗੇ, ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ। ਹੁਣ ਸਟਾਰਟਿੰਗ ਦੇ ਵਿੱਚ ਜਾਣਕਾਰੀ ਇੱਕ ਹੋਰ ਦੇਣੀ ਹੈ ਕਿ ਜੇਕਰ ਤੁਸੀਂ ਮੰਨ ਲਓ ਇਸ ਸੈਸ਼ਨ ਦੀ PDF ਚਾਹੁੰਦੇ ਹੋ ਤਾਂ PDF ਤੁਹਾਨੂੰ ਚਾਹੀਦੀ। ਕਾਫੀ ਸਟੂਡੈਂਟ ਆ ਵੀ ਕਹਿੰਦੇ ਵੀ ਸਰ ਆਹ ਜਿਹੜੇ ਜੀਕੇ ਤੁਸੀਂ ਸੈਸ਼ਨ ਕਰਾਉਣੇ ਹੋ ਸਾਨੂੰ PDF ਚਾਹੀਦੀ ਹੈ। ਕਾਫੀ ਬੱਚੇ ਉਹਨੂੰ ਜੁਆਇਨ ਆਲਰੇਡੀ ਕਰ ਚੁੱਕੇ ਆ। ਤੁਹਾਨੂੰ ਹਜੇ ਤੱਕ ਜੇਕਰ ਨਹੀਂ ਪਤਾ ਤਾਂ ਐਪਲੀਕੇਸ਼ਨ ਤੁਸੀਂ ਇੰਸਟਾਲ ਕਰਨੀ ਹੈ ਰੇਸ ਅਕੈਡਮੀ ऑफिशियल ਦੀ ਐਪਲੀਕੇਸ਼ਨ, ਯਾਨੀ ਐਪ ਤੋਂ ਜਾ ਕੇ ਇੰਸਟਾਲ ਕਰ ਲਿਓ ਆਹ ਰੇਸ ਅਕੈਡਮੀ ऑफिशियल। ਉਸ ਤੋਂ ਬਾਅਦ ਐਵੇਂ ਦਾ ਲੌਗਇਨ ਕਰ ਲਿਓ, ਯਾਨੀ ਆਪਣਾ ਫੋਨ ਨੰਬਰ ਵਗੈਰਾ ਭਰ ਕੇ ਲੌਗਇਨ ਕਰ ਲਿਓ। ਇਸ ਤਰੀਕੇ ਦਾ ਪੇਜ ਓਪਨ ਹੋਊਗਾ। ਨੀਚੇ ਇਹ ਹੋਊਗਾ, ਨੀਚੇ ਕੀ ਹੋਊਗਾ, ਨੀਚੇ ਹੋਣਾਗਾ ਯਾਨੀ ਜਿਵੇਂ ਹੋਮ ਹੈ, ਸਟੋਰ ਹੈ, ਚੈਟ ਹੈ, ਪ੍ਰੋਫਾਈਲ ਹੈ। ਇਸ ਪ੍ਰੋਫਾਈਲ ਤੇ ਤੁਸੀਂ ਕਲਿੱਕ ਕਰਨਾ। ਪ੍ਰੋਫਾਈਲ ਤੇ ਕਲਿੱਕ ਕਰਕੇ ਫਿਰ ਆਹ ਪੇਜ ਖੁੱਲਿਆ ਹੋਊਗਾ ਤੇ ਇਸ ਪੇਜ ਤੇ ਹੈਗਾ ਬੈਚਿਸ। ਬਸ ਇਸ ਬੈਚਿਸ ਤੇ ਜਾ ਕੇ ਤੁਸੀਂ ਇੱਕ ਬੈਚ ਕੋਡ ਭਰਨਾ ਹੋਊਗਾ। ਉਸ ਬੈਚ ਕੋਡ ਦਾ ਨਾਮ ਹੈਗਾ YouTube PDFs। ਤੁਸੀਂ ਇਸ ਯਾਨੀ ਬੈਚ ਕੋਡ ਨੂੰ ਭਰ ਕੇ ਰਿਕੁਐਸਟ ਕਰ ਦਿਓ। ਤੁਹਾਡੀ ਰਿਕੁਐਸਟ ਹੈ ਜਿਹੜੀ ਉਹਨੂੰ ਐਕਸੈਪਟ ਕਰ ਲਿਆ ਜਾਊਗਾ, ਫ੍ਰੀ ਆਫ ਕਾਸਟ ਹੈ। PDF ਤੁਹਾਨੂੰ ਮਿਲਿਆ ਕਰੂਗੀ ਸਾਰਾ ਕੁਝ। ਰਾਈਟ, ਸੋ ਬੇਸਿਕਲੀ ਤੁਸੀਂ ਕੀ ਕਰਨਾਗਾ, ਐਪਲੀਕੇਸ਼ਨ ਇੰਸਟਾਲ ਕਰਕੇ ਪ੍ਰੋਫਾਈਲ ਦੇ ਵਿੱਚ ਜਾ ਕੇ ਬੈਚ ਦੇ ਵਿੱਚ ਜਾ ਕੇ ਬੈਚ ਕੋਡ ਭਰਨਾ YouTube PDF। ਬੜਾ ਸੌਖਾ ਕੰਮ ਹੈ, ਕੋਈ ਬੜੀ ਔਖੀ ਚੀਜ਼ ਇਹ ਨਹੀਂ ਹੈਗੀ। ਤਾਂ ਆਪਾਂ ਹੁਣ ਸੈਸ਼ਨ ਸਟਾਰਟ ਕਰਦੇ ਹਾਂ। ਅੱਜ ਦਾ ਆਪਣਾ ਪਹਿਲਾ ਸੈਸ਼ਨ ਹੈ ਜਿਹਦੇ ਵਿੱਚ ਆਪਾਂ ਜੀਕੇ ਦੇ ਕੁਐਸਚਨ ਕਰਾਂਗੇ। ਇਸੇ ਤਰੀਕੇ ਦੀ ਸੀਰੀਜ਼ ਰਾਤ ਨੂੰ 9 ਵਜੇ, ਇਹ ਸਵੇਰੇ 7 ਵਜੇ ਆ, ਰਾਤ ਨੂੰ 9 ਵਜੇ ਜਿਹੜੀ ਸੀਰੀਜ਼ ਆ ਉਹ ਮੈਥ ਦੀ ਆ, ਉਹ ਲਾਈਵ ਹੋਇਆ ਕਰੂਗੀ। ਰਾਈਟ, ਐਂਡ ਮੈਥ ਦੀ ਕਲਾਸ ਤੁਸੀਂ ਪੱਕਾ ਲਗਾਉਣੀ ਹੈ ਕਿਉਂਕਿ ਉਹ ਵੀ ਇੱਕ ਜ਼ਬਰਦਸਤ ਕਲਾਸ ਹੁੰਦੀ ਹੈ ਜਿਹਦੇ ਵਿੱਚ ਆਲਰੇਡੀ ਕਾਫੀ ਆਪਾਂ ਕੁਐਸਚਨ ਕਰ ਚੁੱਕੇ ਹਾਂ। ਰਾਈਟ, ਇਹ ਦੋਨੇ ਚੀਜ਼ਾਂ ਕੰਟੀਨਿਊ ਰਹਿਣਗੀਆਂ ਪੈਰਲਲ, ਯਾਨੀ ਜੋ ਤੁਹਾਡਾ 65 ਨੰਬਰਾਂ ਦਾ ਪੋਰਸ਼ਨ ਹੈ ਉਹ ਕਵਰ ਹੋਵੇਗਾ। ਰਾਈਟ, ਤਾਂ ਚਲੋ ਆਪਾਂ ਕਰਦੇ ਹਾਂ ਸਟਾਰਟ ਭਾਈ। ਪਹਿਲਾ ਕੁਐਸਚਨ ਕਹਿੰਦਾ ਜੀ ਇਮੈਨੂਅਲ, ਬਹੁਤ ਸੌਖਾ ਕੁਐਸਚਨ ਹੈ। ਇਮੈਨੂਅਲ ਮੈਕਰੋਨ ਹੈਜ਼ ਬੀਨ ਇਲੈਕਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਕਰੰਟ ਅਫੇਅਰ ਦੇ ਨਾਲ ਰਿਲੇਟਡ ਹੈ। ਇਮੈਨੂਅਲ ਮੈਕਰੋਨ ਕਿਹੜੇ ਦੇਸ਼ ਦੇ ਪ੍ਰੈਜ਼ੀਡੈਂਟ ਹੈ? ਸੋ ਸਪੇਨ ਹੈ, ਇਟਲੀ ਹੈ, ਫਰਾਂਸ ਹੈ, ਜਰਮਨੀ ਹੈ। ਸੋ ਸਾਰਿਆਂ ਨੂੰ ਹੀ ਇਹਦਾ ਆਨਸਰ ਪਤਾ ਹੋਣਾ ਚਾਹੀਦਾਗਾ। ਫਰਾਂਸ ਇਹਦਾ ਰਾਈਟ ਆਨਸਰ ਬਣਦਾ ਹੈ। ਫਰਾਂਸ ਦੇ ਨਾਲ ਇਹਦੀ ਕੈਪੀਟਲ ਤੇ ਕਰੰਸੀ ਜ਼ਰੂਰ ਯਾਦ ਰੱਖ ਲੈਣੀ ਹੈ। ਜਿਵੇਂ ਕੈਪੀਟਲ ਦਾ ਸਾਰਿਆਂ ਨੂੰ ਪਤਾ ਹੋਊਗਾ ਪੈਰਿਸ ਹੈ, ਤੇ ਜਿਹੜੀ ਇਹਦੀ ਫਰੈਂਕ ਯਾਨੀ ਜਿਹੜੀ ਹੈਗੀ ਆ ਕੀ ਕਹਿੰਦੇ ਹੁੰਦੇ ਕਰੰਸੀ, ਹੁਣ ਯੂਰੋ ਦੇ ਵਿੱਚ ਵੀ ਬੇਸਿਕਲੀ ਇਹ ਕਰਨ ਲੱਗ ਗਏ। ਰਾਈਟ, ਸੋ ਇਹ ਯਾਨੀ ਤੁਸੀਂ ਯਾਦ ਰੱਖਣਾ ਹੈ। ਪਹਿਲਾ ਇਮੈਨੂਅਲ ਮੈਕਰੋਨ ਪ੍ਰੈਜ਼ੀਡੈਂਟ ਕਾਹਦੇ ਆ? ਫਰਾਂਸ ਦੇ। ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲ ਸਕਦੇ ਆ। ਅਗਲਾ ਕੁਐਸਚਨ ਵੀ ਕਰੰਟ ਅਫੇਅਰ ਦੇ ਨਾਲ ਹੀ ਰਿਲੇਟਡ ਹੈ। ਜਿਵੇਂ ਕਿ ਕੀ ਕਹਿੰਦਾ, ਦਾ ਸੀਟੀਓ ਬਰਲੇ ਮਾਰਕਸ ਸਾਈਟ। ਸੀਟੀਓ ਬਰਲੇ ਮਾਰਕਸ ਸਾਈਟ ਬੇਸਿਕਲੀ ਇੱਕ ਲੈਂਡਸਕੇਪ ਗਾਰਡਨ ਹੈ ਜਿਹਨੂੰ ਯੂਨੈਸਕੋ ਹੈਰੀਟੇਜ ਸਾਈਟ ਦੇ ਵਿੱਚ ਯਾਨੀ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਜਗ੍ਹਾ ਮਿਲ ਗਈ। ਰਾਈਟ, ਯਾਨੀ ਸੀਟੀਓ ਬਰਲੇ ਮਾਰਕਸ ਸਾਈਟ ਇੱਕ ਜਿਹਨੂੰ ਰੀਸੈਂਟਲੀ ਕਹਿੰਦਾ ਐਡ ਕੀਤਾ ਗਿਆ ਯੂਨੈਸਕੋ ਦੀ ਲਿਸਟ ਦੇ ਵਿੱਚ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ। ਸੋ ਇਹ ਕਿਹੜੀ ਕੰਟਰੀ ਦੇ ਵਿੱਚ ਆ? ਬੇਸਿਕਲੀ ਬਰਲੇ ਮਾਰਕਸ ਜਿਹੜਾ ਇਹ ਨਾਮ ਹੈ,
ਇਹ ਬ੍ਰਾਜ਼ੀਲ ਦਾ ਬੰਦਾ ਗਾ ਜਿਹਦਾ ਲੈਂਡਸਕੇਪ ਗਾਰਡਨ ਬਣਾਉਣ ਦੇ ਵਿੱਚ ਯਾਨੀ ਕਿ ਇੱਕ ਆਰਕੀਟੈਕਟ ਆ ਜਿਹਨੇ ਬਹੁਤ ਸਾਰੇ ਗਾਰਡਨ ਦੇ ਵਿੱਚ ਯਾਨੀ ਬੇਸਿਕਲੀ ਉਹਨੂੰ ਬਣਾਉਣ ਦੇ ਵਿੱਚ ਯੋਗਦਾਨ ਦਿੱਤਾ, ਤਾਂ ਉਹਦੇ ਨਾਮ ਤੇ ਇਹ ਜਿਹੜਾ ਹੈਗਾ ਸਾਈਟ ਆ ਬੇਸਿਕਲੀ ਇਸ ਨੂੰ ਯੂਨੈਸਕੋ ਦੇ ਵਿੱਚ ਜਗ੍ਹਾ ਮਿਲੀ ਆ। ਸੋ ਕਿੱਥੋਂ ਦਾ ਇਹ ਬ੍ਰਾਜ਼ੀਲ, ਸੋ ਇਸੇ ਕਰਕੇ ਇਹਦਾ ਆਨਸਰ ਵੀ ਬ੍ਰਾਜ਼ੀਲ ਹੀ ਆ ਜਾਵੇਗਾ। ਯਾਨੀ ਜਿਹੜੀ ਇਹ ਸਾਈਟ ਹੈ ਇਹ ਕਿੱਥੇ ਆ, ਬ੍ਰਾਜ਼ੀਲ ਹੈ, ਰਾਈਟ। ਕੈਪੀਟਲ ਤੁਹਾਡਾ ਕੀ ਕਹਿੰਦੇ ਹੁੰਦੇ ਆ, ਕੈਪੀਟਲ ਤੇ ਕਰੰਸੀ ਜ਼ਰੂਰ ਯਾਦ ਰੱਖਣੀ ਹੈ, ਰਾਈਟ। ਕਰੰਸੀ ਜਿਹੜੀ ਤੁਹਾਡੀ ਹੈਗੀ ਆ ਉਹ ਰੀਅਲ ਹੈ, ਤੇ ਬ੍ਰੇਸਲੀਆ ਜਿਹੜੀ ਹੈਗੀ ਆ ਭਾਈ ਤੁਹਾਡੀ ਬਰਜ਼ੀਲੀਆ ਕਹਿ ਦਿੰਦੇ ਆ, ਤਾਂ ਉਹ ਤੁਹਾਡਾ ਜਿਹੜਾ ਹੈਗਾ ਭਾਈ ਉਹ ਕੀ ਹੋਗੀ, ਕੈਪੀਟਲ, ਰਾਈਟ। ਸੋ ਇਹ ਤੁਸੀਂ ਜ਼ਰੂਰ ਯਾਦ ਰੱਖਣਾ। ਬਾਕੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ। ਇੱਕ ਚੀਜ਼ ਹੋਰ ਆ ਕਿ ਪਹਿਲਾਂ ਮੇਨ ਮੁੱਦਾ ਕੀ ਆ ਕਿ ਜਿਹੜੇ ਕੁਐਸਚਨ ਸਾਹਮਣੇ ਪਏ ਆ ਉਹਦਾ ਆਨਸਰ ਪਤਾ ਹੋਣਾ ਚਾਹੀਦਾ। ਕਈ ਵਾਰੀ ਕੀ ਹੁੰਦਾ, ਹਾਲਾਂਕਿ ਮੈਂ ਵੀ ਕਰਵਾਉਣਾਗਾ, ਐਸੀ ਕੋਈ ਗੱਲ ਨਹੀਂ, ਪੀਪੀਐਸਸੀ ਪਰਪਸ ਤੋਂ ਠੀਕ ਹੈ ਕਿਉਂਕਿ ਇੱਕ ਕੁਐਸਚਨ ਦੇ ਵਿੱਚ ਅਲੱਗ-ਅਲੱਗ ਆਪਸ਼ਨ ਹੁੰਦੇ, ਆਪਾਂ ਨੂੰ ਬਹੁਤ ਕੁਝ ਪਤਾ ਹੋਣਾ ਚਾਹੀਦਾ। ਪਰ ਜਦੋਂ ਸਟੈਟਿਕ ਪੋਰਸ਼ਨ ਆ ਤਾਂ ਤੁਹਾਨੂੰ ਇੱਕ ਮੇਨ ਮੁੱਦਾ ਇਹ ਆ ਵੀ ਜਿਹੜਾ ਕੁਐਸਚਨ ਆ ਗਿਆ ਤੁਹਾਨੂੰ ਉਹਦਾ ਆਨਸਰ ਪਤਾ ਹੋਣਾ ਚਾਹੀਦਾ, ਬਸ ਐਗਜ਼ੈਕਟ। ਉਦੋਂ ਗਾਹਾਂ ਵਾਲੀਆਂ ਗੱਲਾਂ ਬਾਤਾਂ ਆਪਣੇ ਆਪ ਹੋ ਜਾਣਗੀਆਂ, ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਪਹਿਲਾ ਸੈਸ਼ਨ ਆ। ਜਦੋਂ ਅੱਜ ਆਪਾਂ 30 ਕੁਐਸਚਨ ਕਰਾਂਗੇ, ਐਵੇਂ 50 ਕੁਐਸਚਨ ਗਾਹਾਂ ਕਰਾਂਗੇ, 50 ਕੁਐਸਚਨ ਗਾਹਾਂ ਕਰਾਂਗੇ, 50 ਕੁਐਸਚਨ ਗਾਹਾਂ ਕਰਾਂਗੇ, ਐਵੇਂ ਕਰਦੇ ਕਰਦੇ ਇੰਨੇ ਕੁਐਸਚਨ ਹੋ ਜਾਣੇ ਕਿ ਆਪਣੇ ਆਪ ਉਹ ਇੱਕ ਦੂਸਰੇ ਦੇ ਨਾਲ ਰਿਲੇਟ ਹੋਣਗੇ। ਐਂਡ ਜਦੋਂ ਵੀ ਮੈਂ ਸੈਸ਼ਨ ਅਗਲਾ ਕਰਾਊਂਗਾ ਉਹ ਪਹਿਲੇ ਵਾਲੇ ਸੈਸ਼ਨ ਦੇ ਨਾਲ ਥੋੜਾ ਬਹੁਤ ਰਿਲੇਟੇਬਲ ਜ਼ਰੂਰ ਹੋਵੇਗਾ, ਇਹ ਤੁਹਾਨੂੰ ਆਪਣੇ ਪਤਾ ਲੱਗਦਾ ਜਾਊਗਾ। ਸੋ ਪਹਿਲਾ ਦਿਨ ਆ, ਸੋ ਇਸ ਕਰਕੇ ਪੇਸ਼ੈਂਸ ਜ਼ਰੂਰ ਰੱਖਣੀ ਆ, ਕੰਟੀਨਿਊਟੀ ਬਣਾ ਕੇ ਰੱਖਣੀ ਆ, ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਇਹ ਦਊਗੀ। ਬਸ ਪੇਸ਼ੈਂਸ ਤੇ ਕੰਟੀਨਿਊਟੀ ਦੋਨੇ ਬਣਾ ਕੇ ਰੱਖਿਓ, ਰਾਈਟ। ਸੋ ਬ੍ਰਾਜ਼ੀਲ ਇਹਦਾ ਰਾਈਟ ਆਨਸਰ ਬਣ ਗਿਆ। ਇਸ ਤੋਂ ਬਾਅਦ ਹੂ ਹੈਜ਼ ਵਨ ਦਾ ਪ੍ਰੈਸਟੀਜੀਅਸ ਵਾਈਟਲੇ ਗੋਲਡ ਅਵਾਰਡ। ਵਾਈਟਲੇ ਗੋਲਡ ਅਵਾਰਡ ਬੇਸਿਕਲੀ ਜਾਂ ਵਿਟਲੇ ਗੋਲਡ ਅਵਾਰਡ ਕਹਿੰਦੇ ਬੇਸਿਕਲੀ, ਇਹ ਪ੍ਰੈਸਟੀਜੀਅਸ ਅਵਾਰਡ ਬੇਸਿਕਲੀ ਕਿਹਨੂੰ ਮਿਲਿਆਗਾ। ਸੋ ਇਹ ਭਾਈ ਇਹਨਾਂ ਦੇ ਵਿੱਚੋਂ ਆਨਸਰ ਤੁਸੀਂ ਦੱਸਣਾਗਾ, ਜਿਵੇਂ ਕੁਲਭੂਸ਼ਣ ਸਿੰਘ ਹੈ, ਠੀਕ ਹੈ, ਜੁਲੀਅਟ ਯੰਗ ਹੈ, ਜਾਂ ਫਿਰ ਅਪਰਾਜਿਤਾ ਦੱਤਾ, ਤੇ ਜਾਂ ਫਿਰ ਚੰਦਰ ਯਾਨੀ ਕਿ ਕੀ ਕਹਿੰਦੇ ਹੁੰਦੇ ਆ, ਚਾਰੂ ਦੱਤ ਮਿਸ਼ਰਾ, ਰਾਈਟ। ਸੋ ਯਾਨੀ ਕਿ ਆਨਸਰ ਇਹਦਾ ਬੇਸਿਕਲੀ ਚਾਰੂ ਦੱਤ ਮਿਸ਼ਰਾ ਹੀ ਆ। ਜੇਕਰ ਤੁਸੀਂ ਥੋੜਾ ਜਿਹਾ ਕਰੰਟ ਦੇ ਨਾਲ ਰਿਲੇਟਡ ਰਹਿੰਦੇ ਹੋ ਤਾਂ 2005 ਦੇ ਵਿੱਚ ਵੀ ਇਹਨੂੰ ਅਵਾਰਡ ਇਹੀ ਮਿਲਿਆ ਸੀ, 2005 ਦੇ ਵਿੱਚ। ਹੁਣ ਇਹ ਸੈਕੰਡ ਟਾਈਮ ਮਿਲਿਆਗਾ, ਹੁਣ ਇਹ ਸੈਕੰਡ ਟਾਈਮ ਮਿਲਿਆਗਾ, ਸੈਕੰਡ ਟਾਈਮ, ਰਾਈਟ। ਚਾਰੂ ਦੱਤ ਮਿਸ਼ਰਾ ਨੂੰ ਸੈਕੰਡ ਟਾਈਮ ਮਿਲਿਆ। ਬੇਸਿਕਲੀ ਇਹ ਪ੍ਰੈਸਟੀਜੀਅਸ ਵਾਈਟਲੇ ਗੋਲਡ ਅਵਾਰਡ ਜਿਹੜਾ ਇਹਨਾਂ ਨੂੰ ਮਿਲਿਆ ਉਹ ਖਾਸ ਕਰਕੇ ਮਿਲਿਆ। ਕਈਆਂ ਦੀ ਇੱਕ ਖਾਸੀਅਤ ਹੁੰਦੀ ਹੈਗੀ, ਯਾਨੀ ਇਹਨਾਂ ਦੀ ਜਿਹੜੀ ਖਾਸੀਅਤ ਆ ਉਹ ਸਨੋ ਲੈਪਰਡ ਜਿਹੜਾ ਹੁੰਦਾ, ਬੇਸਿਕਲੀ ਸਨੋ ਲੈਪਰਡ ਦਾ ਮਤਲਬ ਜਿਹੜਾ ਬੇਸਿਕਲੀ ਆਪਾਂ ਲੇਹ ਲਦਾਖ ਸਾਈਡ ਕਹਿ ਸਕਦੇ ਹੋ ਤੁਸੀਂ, ਹੈ ਨਾ। ਬੇਸਿਕਲੀ ਸਨੋ ਲੈਪਰਡ ਆਪਾਂ ਨੂੰ ਜ਼ਿਆਦਾਤਰ ਉੱਧਰ ਮਿਲਦੇ ਆ। ਸੋ ਸਨੋ ਲੈਪਰਡ ਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਆ, ਖਾਸ ਜਾਣਕਾਰੀ, ਉਹ ਇਹਨਾਂ ਨੂੰ ਹੈ। ਯਾਨੀ ਉਸ ਨੂੰ ਆਪਾਂ ਕਿਵੇਂ ਬਚਾ ਸਕਦੇ ਆ, ਉਹਦੇ ਅਰਾਊਂਡ ਜਿਹੜਾ ਏਰੀਆ ਉਹ ਕਿਹੋ ਜਿਹਾ ਹੋਣਾ ਚਾਹੀਦਾ, ਉਹਦੇ ਵਾਸਤੇ ਰਹਿਣ ਸਹਿਣ ਵਾਸਤੇ ਕਿਹੜੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਉਸ ਬਾਰੇ ਜਾਣਕਾਰੀ ਹੈ। ਇਸ ਕਰਕੇ 2 ਵਾਰੀ ਯਾਨੀ 2005 ਦੇ ਵਿੱਚ ਤੇ ਫਿਲਹਾਲ 2022 ਦੇ ਵਿੱਚ ਦੂਸਰੀ ਵਾਰ ਯਾਨੀ ਇਹਨਾਂ ਨੂੰ ਜਿਹੜਾ ਮਿਸ਼ਰਾ ਸਾਹਿਬ ਨੂੰ ਯਾਨੀ ਕਿ ਜਿਹੜਾ ਵਿਟਲੇ ਅਵਾਰਡ ਗੋਲਡ ਅਵਾਰਡ ਮਿਲਿਆਗਾ, ਰਾਈਟ। ਸੋ ਯਾਦ ਰੱਖਣਾਗਾ ਵਾਈਟਲੇ ਜਾਂ ਵਿਟਲੇ ਗੋਲਡ ਅਵਾਰਡ ਕਿਹਨਾਂ ਨੂੰ ਮਿਲਿਆਗਾ, ਇਹ ਚਾਰੂ ਦੱਤ ਮਿਸ਼ਰਾ ਨੂੰ। ਬਹੁਤ ਜ਼ਿਆਦਾ ਸੌਖਾ ਕੁਐਸਚਨ ਹੈ, ਰਾਈਟ ਹੈ। ਯਾਨੀ ਕਹਿਣ ਦਾ ਮਤਲਬ ਜਿਹੜੇ ਇਹ ਮੈਂ 3 ਕੁਐਸਚਨ ਕਰਾਏ ਆ, ਬਸ ਇਹਨਾਂ ਨੂੰ ਐਸੇ ਤਰੀਕੇ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਵਾੜਿਓ, ਇੰਨੇ ਵਾਰੀ ਰਿਵਾਈਜ਼ ਕਰ ਲਓ ਕਿ ਪੇਪਰ ਦੇ ਵਿੱਚ ਆਵੇ ਤੇ ਆਪਾਂ ਨਾਲ ਦੀ ਨਾਲ ਆਨਸਰ ਲਾਈਏ, ਰਾਈਟ ਹੈ। ਯਾਨੀ ਇਹਦੇ ਵਿੱਚ ਸਾਰਾ ਕੁਝ ਕਵਰ ਹੁੰਦਾ ਜਾਊਗਾ। ਇਸ ਤੋਂ ਬਾਅਦ ਆ ਗਿਆ, ਕਹਿੰਦਾ ਜੀ ਵਿਚ ਟਨਲ, ਕਿਹੜੀ ਟਨਲ ਆ, ਕਹਿੰਦਾ ਬਿਲਟ ਬਾਏ, ਜਿਹੜੀ ਬਣਾਈ ਗਈ ਆ ਬਾਰਡਰ ਰੋਡ ਆਰਗੇਨਾਈਜੇਸ਼ਨ, BRO ਦੁਆਰਾ ਜਿਹੜੀ ਬੇਸਿਕਲੀ ਬਣਾਈ ਗਈ ਆ, ਉਹਨੂੰ ਕਹਿੰਦਾ ਇੱਕ ਅਵਾਰਡ ਮਿਲਿਆਗਾ, ਰਿਸੀਵ ਉਹਨੇ ਕਿਹੜਾ ਅਵਾਰਡ ਯਾਨੀ ਕਿ ਮਿਲਿਆਗਾ, ਬੈਸਟ ਇਨਫਰਾਸਟ੍ਰਕਚਰ ਪ੍ਰੋਜੈਕਟ। ਬੈਸਟ ਇਨਫਰਾਸਟ੍ਰਕਚਰ ਪ੍ਰੋਜੈਕਟ ਦਾ ਬੇਸਿਕਲੀ ਅਵਾਰਡ ਮਿਲਿਆਗਾ, ਕਿਹੜੀ ਟਨਲ ਨੂੰ ਮਿਲਿਆ, ਜਿਹੜੀ ਕਿ BRO ਦੁਆਰਾ ਬਣਾਈ ਗਈ ਆ। ਸੌਖਾ ਹੀ ਹੈ, ਰਾਈਟ ਹੈ। ਤਾਂ ਇਹਦਾ ਜਿਹੜਾ ਆਨਸਰ ਆ ਜਾਊਗਾ ਉਹ ਆ ਜਾਊਗਾ ਅਟਲ ਟਨਲ। ਸਾਰਿਆਂ ਨੂੰ ਹੀ ਪਤਾ ਹੋਊਗਾ ਅਟਲ ਟਨਲ ਨੂੰ ਬੈਸਟ ਇਨਫਰਾਸਟ੍ਰਕਚਰ ਅਵਾਰਡ ਮਿਲੇਗਾ। ਅਟਲ ਟਨਲ ਨੂੰ ਹੀ ਕਿਹਾ ਜਾਂਦਾਗਾ ਰੋਹਤਾਂਗ ਟਨਲ, ਕਿਉਂਕਿ ਰੋਹਤਾਂਗ ਪਾਸ ਤੇ ਬਣੀ ਹੋਈ ਹੈ, ਰਾਈਟ। ਜਦੋਂ ਆਪਾਂ ਮਨਾਲੀ ਟੂ ਲੇਹ ਜਾਂਦੇ ਹਾਂ ਤਾਂ ਰੋਹਤਾਂਗ ਆਮ ਤੌਰ ਤੇ ਆਪਣੇ ਪੰਜਾਬ ਵਾਲੇ ਖਾਸ ਕਰਕੇ ਮਨਾਲੀ ਜਾਂਦੇ ਹੀ ਹੈ, ਤਾਂ ਅਟਲ ਟਨਲ, ਰਾਈਟ। ਬਹੁਤ ਸੋਹਣੀ ਹੈ, ਬਹੁਤ ਸੋਹਣਾ ਰਾਸਤਾ ਬੇਸਿਕਲੀ ਬਣਾਤਾ, ਬਹੁਤ ਸੌਖਾ ਹੋ ਗਿਆ। ਐਂਡ ਇਹਦੀ ਲੈਂਥ ਜ਼ਰੂਰ ਯਾਦ ਰੱਖ ਲਿਓ, 9.03 ਕਿਲੋਮੀਟਰ, 9.03 ਕਿਲੋਮੀਟਰ ਜਾਂ 02, ਉਹ ਕੋਈ ਬੜਾ ਮੈਟਰ ਨਹੀਂ ਕਰਦਾ। 9.03 ਕਿਲੋਮੀਟਰ ਦੀ ਲੈਂਥ ਹੈ, ਲੈਂਥ ਪੁੱਛੀ ਜਾ ਸਕਦੀ ਹੈ ਕਿਸੇ ਵੀ ਪੇਪਰ ਦੇ ਵਿੱਚ, ਰਾਈਟ। ਸੋ ਕਾਫੀ ਇੰਪੋਰਟੈਂਟ ਹੈ ਅਟਲ ਟਨਲ। ਅਟਲ ਤੁਹਾਨੂੰ ਪਤਾ ਜੋ ਆਪਣੇ ਅਟਲ ਬਿਹਾਰੀ ਵਾਜਪਾਈ ਉਹਨਾਂ ਦੇ ਨਾਮ ਤੇ ਬੇਸਿਕਲੀ ਅਟਲ ਟਨਲ ਇਹ ਬਣਾਈ ਗਈ ਹੈ, 2020 ਦੇ ਵਿੱਚ ਇਨੈਗੋਰੇਟ ਕੀਤਾ ਸੀ, ਰਾਈਟ। ਸੋ ਕਾਫੀ ਚੀਜ਼ਾਂ ਇੰਪੋਰਟੈਂਟ ਹੈ ਭਾਈ, ਸੋ ਇੰਪੋਰਟੈਂਟ ਹੈ, ਸਮਝ ਲੱਗ ਗਈ। 9.3 ਕਿਲੋਮੀਟਰ ਤੇ ਵਰਲਡ ਦੀ ਹਾਈਐਸਟ ਹਾਈਵੇ ਹੈ, ਵਰਲਡ ਦਾ ਹਾਈਐਸਟ ਹਾਈਵੇ ਹੈ, ਅਬਵ 10,000 ਫੀਟ, ਰਾਈਟ ਹੋ ਗਿਆ। ਇਸ ਤੋਂ ਬਾਅਦ ਆ ਗਿਆ ਜੀ ਨਿਊ ਸਪੇਸ ਇੰਡੀਆ। ਨਿਊ ਸਪੇਸ ਇੰਡੀਆ ਬੇਸਿਕਲੀ ਕੀ ਹੈ, ਇੱਕ ਕਮਰਸ਼ੀਅਲ ਵਿੰਗ ਹੈ
ਇਹ ਕਮਰਸ਼ੀਅਲ ਵਿੰਗ ਹੈ, ਲਿਖਣ ਦੀ ਲੋੜ ਨਹੀਂ ਪਰ ਯਾਦ ਰੱਖਿਓ ਬਸ। ਕਮਰਸ਼ੀਅਲ ਵਿੰਗ ਦਾ ਮਤਲਬ ਕੀ ਹੁੰਦਾ, ਜਿਹੜੇ ਸੈਟੇਲਾਈਟ ਨੂੰ ਲਾਂਚ ਕਰਨ ਪਿੱਛੇ ਪੈਸੇ ਲੈਂਦੇ ਆ ਕਿ ਅਸੀਂ ਤੁਹਾਡਾ ਸੈਟੇਲਾਈਟ ਲਾਂਚ ਕਰਾਂਗੇ, ਅਸੀਂ ਤੁਹਾਡਾ ਸੈਟੇਲਾਈਟ ਲਾਂਚ ਕਰਾਂਗੇ, ਸਾਨੂੰ ਪੈਸੇ ਦਿਓ। ਕਮਰਸ਼ੀਅਲ ਐਕਟੀਵਿਟੀ ਕਰਦੇ ਆ। ਸੋ ਇਹ ਨਿਊ ਸਪੇਸ ਇੰਡੀਆ ਬੇਸਿਕਲੀ ਇਸਰੋ ਦਾ ਕਮਰਸ਼ੀਅਲ ਵਿੰਗ ਆ। ਇਸਰੋ ਦਾ ਕਮਰਸ਼ੀਅਲ ਵਿੰਗ ਆ, ਜਿਹੜੇ ਕਹਿੰਦੇ ਭਾਈ ਇੱਕ ਐਗਰੀਮੈਂਟ ਕੀਤਾ ਗਾ, ਕਿਹੜੀ ਕੰਪਨੀ ਦੇ ਨਾਲ ਐਗਰੀਮੈਂਟ ਕੀਤਾ ਕਿ ਅਸੀਂ ਤੁਹਾਡੇ ਜਿਹੜੇ ਸੈਟੇਲਾਈਟ ਆ ਉਹਨਾਂ ਨੂੰ ਲਾਂਚ ਕਰਾਂਗੇ। ਉਹ ਕਿਹੜੀ ਕੰਪਨੀ ਹੈ ਬੇਸਿਕਲੀ, ਉਹ ਕੰਪਨੀ ਹੈਗੀ ਆ ਭਾਈ ਵਨਵੈਬ ਕੰਪਨੀ ਦੇ ਸੈਟੇਲਾਈਟ ਲਾਂਚ ਕਰੂਗੀ। ਕੌਣ? ਨਿਊ ਸਪੇਸ ਇੰਡੀਆ। ਇਹ ਕੌਣ ਹੈ? ਨਿਊ ਸਪੇਸ ਇੰਡੀਆ ਇੱਕ ਕਮਰਸ਼ੀਅਲ ਵਿੰਗ ਆ, ਕਮਰਸ਼ੀਅਲ ਐਕਟੀਵਿਟੀ ਕਰਦੀ ਹੈ, ਪੈਸਿਆਂ ਵਾਸਤੇ ਕੰਮ ਕਰਦੀ ਹੈ, ਇਸਰੋ ਦੀ ਇੱਕ ਕੰਪਨੀ ਹੈ, ਰਾਈਟ। ਕਹਿੰਦੇ ਪਏ ਅਸੀਂ ਸੈਟੇਲਾਈਟ ਲਾਂਚ ਕਰ ਦਾਂਗੇ, ਯਾਨੀ ਕਿ ਨਿਊ ਸਪੇਸ ਇੰਡੀਆ ਨੇ ਕਿਹਦੇ ਨਾਲ ਐਗਰੀਮੈਂਟ ਕੀਤਾ ਗਾ ਕਿ ਤੁਹਾਡੇ ਸੈਟੇਲਾਈਟ ਲਾਂਚ ਹੋ ਜਾਣਗੇ ਭਾਈ, ਦੱਸੋ। ਤਾਂ ਉਹ ਕਿਹੜੀ ਕੰਪਨੀ ਆ? ਵਨਵੈਬ। ਹੁਣ ਇਹ ਕੁਐਸਚਨ ਭਲਾ ਕਿੱਥੋਂ ਆਇਆ? ਸਾਇੰਸ ਐਂਡ ਟੈਕ ਤੋਂ। ਸਾਇੰਸ ਐਂਡ ਟੈਕ ਤੋਂ ਹੀ ਕੁਐਸਚਨ ਆਇਆ। ਤਾਂ ਜਦੋਂ ਤੁਸੀਂ ਇਸ ਪ੍ਰੋਪਰ ਪੇਪਰ ਦਾ ਐਨਾਲਿਸਿਸ ਕਰੋਗੇ, ਮੇਰੇ ਪੇਪਰ ਪਾਉਣ ਦਾ ਤਰੀਕਾ ਸਿਰਫ ਇਹੀ ਹੈ ਕਿ ਜਿਹੜਾ ਵੀ ਪੋਰਸ਼ਨ ਆਪਾਂ ਨੂੰ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਉਹਦੇ ਵਿੱਚੋਂ ਮੈਕਸਿਮਮ ਪੋਰਸ਼ਨ ਆਪਣਾ ਕਵਰ ਹੋ ਜੇ, ਰਾਈਟ। ਸੋ ਜਦੋਂ ਤੁਸੀਂ ਐਵੇਂ 10-15 ਪੇਪਰ ਹੋ ਗਏ, ਤੁਹਾਨੂੰ ਆਪ ਨੂੰ ਇੰਨਾ ਵਧੀਆ ਫੀਲ ਹੋਊਗਾ ਕਿ ਹਾਂ ਪੇਪਰ ਦਾ ਕੋਈ ਸਟੈਂਡਰਡ ਹੈ, ਪੇਪਰ ਦਾ ਕੋਈ ਲੈਵਲ ਹੈ। ਇਸ ਤਰੀਕੇ ਦੇ ਹੀ ਪੇਪਰ ਆਪਾਂ ਨੂੰ ਐਕਚੁਅਲ ਪੇਪਰ ਦੇ ਵਿੱਚ ਮਿਲਦੇ ਆ, ਰਾਈਟ। ਬਟ ਫਿਰ ਵੀ ਜੇਕਰ ਤੁਸੀਂ ਇਸ ਪੇਪਰ ਦਾ ਇੱਕ ਫੀਲ ਲੈਣਾ ਚਾਹੁੰਦੇ ਹੋ ਤਾਂ ਐਕਸਾਈਜ਼ ਦੀ ਟੈਸਟ ਸੀਰੀਜ਼ ਮੈਂ ਆਲਰੇਡੀ ਲਾਂਚ ਕੀਤੀ ਹੋਈ ਆ, ਐਪਲੀਕੇਸ਼ਨ ਦੇ ਵਿੱਚ ਹੀ ਹੈ, ਸਟੋਰ ਦੇ ਵਿੱਚ ਜਾ ਕੇ ਉਹ ਐਕਸਾਈਜ਼ ਟੈਸਟ ਸੀਰੀਜ਼ ਵੀ ਲੈ ਸਕਦੇ ਹੋ। ਉਹਦੇ ਵਿੱਚ ਬਹੁਤ ਕੁਛ ਆ, ਉਹਦੀ ਅਲੱਗ ਡਿਟੇਲ ਵੀ ਮੈਂ ਦਿੱਤੀ ਹੋਈ ਆ, ਰਾਈਟ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਕਹਿੰਦਾ ਦ ਵਰਲਡ। ਹੁਣ ਦੇਖੋ ਕਰੰਟ ਅਫੇਅਰ ਦੇ ਕੁਐਸਚਨ ਹੋ ਗਏ। ਇਸ ਤੋਂ ਬਾਅਦ ਕਹਿੰਦਾ ਦ ਵਰਡ ਹਿੰਦੂ ਜਿਹੜਾ ਵਰਡ ਹੈ ਕਹਿੰਦਾ ਐਜ਼ ਰੈਫਰੈਂਸ ਟੂ ਦਾ ਹਿੰਦ ਪੀਪਲ ਵਾਜ਼ ਫਸਟ ਯੂਜ਼ਡ ਬਾਈ, ਯਾਨੀ ਹਿੰਦ ਪੀਪਲ ਨੂੰ ਰੈਫਰੈਂਸ ਦੇ ਤੌਰ ਤੇ ਹਿੰਦੂ ਕਿਹਾ ਗਿਆ। ਇਹ ਪਹਿਲੀ ਵਾਰ ਵਰਡ ਕਹਿੰਦਾ ਕਿੰਨਾ ਦੁਆਰਾ ਯੂਜ਼ ਕੀਤਾ ਗਿਆ, ਪਹਿਲੀ ਵਾਰ ਹਿੰਦੂ ਵਰਡ ਯਾਨੀ ਕਿੰਨਾ ਦੁਆਰਾ ਯੂਜ਼ ਕੀਤਾ ਗਿਆ। ਸੋ ਦਾ ਗ੍ਰੀਕ ਹੈ, ਦਾ ਰੋਮਾਨਾ ਯਾਨੀ ਕਿ ਰੋਮਨਸ ਹੈ, ਦਾ ਚਾਈਨੀਜ਼ ਹੈ ਜਾਂ ਫਿਰ ਅਰਬ ਹੈ। ਸੋ ਅਰਬ ਵੱਲੋਂ ਬੇਸਿਕਲੀ ਲਿਆ ਗਿਆ ਸੀ। ਕਾਫੀ ਥਾਵਾਂ ਤੇ ਤੁਹਾਨੂੰ ਗ੍ਰੀਕ ਆਨਸਰ ਮਿਲੂਗਾ ਜਿਹੜਾ ਕਿ ਗਲਤ ਹੈ, ਇਹਦਾ ਰਾਈਟ ਆਨਸਰ ਆਊਗਾ ਅਰਬ। ਸੋ ਕਈ ਵਾਰੀ ਕਈ ਬੱਚੇ ਗੂਗਲ ਕਰ ਲੈਂਦੇ ਨਾ, ਸੋ ਗੂਗਲ ਤੇ ਇੰਨਾ ਜ਼ਿਆਦਾ ਭਰੋਸਾ ਵੀ ਨਾ ਕਰਿਆ ਕਰੋ, ਰਾਈਟ। ਇਹ ਕੁਐਸਚਨ ਆਲਰੇਡੀ UPSC PPSC ਦੇ ਵਿੱਚ ਰਿਪੀਟ ਹੁੰਦਾ ਰਿਹਾ ਹੈਗਾ। ਸੋ ਕੁਐਸਚਨ ਉਦੋਂ ਬਾਅਦ ਛੋਟੇ ਪੇਪਰਾਂ ਦੇ ਵਿੱਚ ਵੀ ਰਿਪੀਟ ਹੋਇਆ। 1996 ਦਾ ਕੁਐਸਚਨ ਇਹ ਰਿਪੀਟ ਹੋ ਰਿਹਾ। ਸੋ ਡੂ ਨਾਟ ਵਰੀ, ਇਹਦਾ ਆਨਸਰ ਜਿਹੜਾ ਹੈਗਾ ਦਾ ਅਰਬ ਹੈ। ਅਰਬ ਆਨਸਰ ਆਊਗਾ। ਬੇਸਿਕਲੀ ਜਿਹੜਾ ਹਿੰਦੂ ਵਰਡ ਹੈ ਇਹ ਅਰਬ ਕੰਟਰੀ ਵੱਲੋਂ ਯੂਜ਼ ਕੀਤਾ ਗਿਆ ਪਹਿਲੀ ਵਾਰ। ਜਿਹੜੇ ਇੰਡਸ ਦੇ ਪਾਰ ਰਹਿੰਦੇ ਸੀ ਬੇਸਿਕਲੀ ਉਹਨਾਂ ਨੂੰ ਹਿੰਦੂ ਕਿਹਾ ਗਿਆ। ਇਹ ਕਿਉਂ ਭਲਾ? ਇਹਦਾ ਵੀ ਕਾਰਨ ਹੈ। ਕਈ ਮਿਥ ਹੈ ਵੈਸੇ, ਉਹਨਾਂ ਦੇ ਵਿੱਚੋਂ ਤੁਹਾਨੂੰ ਮੈਂ ਇੱਕ ਮਿਥ ਦੱਸ ਰਿਹਾ ਹੈਗਾ। ਉਹ ਕੀ ਆ ਕਿ ਜਿਹੜੇ ਅਰਬ ਲੋਕ ਸੀ ਬੇਸਿਕਲੀ ਉਹਨਾਂ ਨੂੰ ਜਿਹੜਾ ਸ਼ ਸ਼ਬਦ ਉਹਨੂੰ ਹ ਬੋਲਦੇ ਸੀ, ਕਿਉਂਕਿ ਇੰਡਸ ਵੈਲੀ ਸਿਵਲਾਈਜੇਸ਼ਨ ਯਾਨੀ ਕਿ ਸਿੰਧੂ ਘਾਟੀ ਸੱਭਿਅਤਾ ਸੀ। ਸਿੰਧੂ ਘਾਟੀ ਸੱਭਿਅਤਾ ਨੂੰ ਸ਼ ਨੂੰ ਹ ਬੋਲਦੇ ਸੀ, ਹਿੰਦੂ। ਤਾਂ ਇਸ ਤਰੀਕੇ ਦੇ ਨਾਲ ਬੋਲਦੇ ਸੀ। ਤਾਂ ਉੱਥੋਂ ਹ ਵਰਡ ਯਾਨੀ ਹਿੰਦੂ ਸ਼ਬਦ ਦਾ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਨੂੰ ਹਿੰਦੂ ਕਹਿਣ ਲੱਗੇ। ਤਾਂ ਹਿੰਦ ਪੀਪਲ ਇਸ ਕਰਕੇ ਤੁਸੀਂ ਮੰਨ ਸਕਦੇ ਹੋ, ਰਾਈਟ। ਬਾਕੀ ਬਹੁਤ ਸਾਰੇ ਮਿਥ ਹੈ, ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਦੱਸਿਆਗਾ ਕਿ ਅਰਬ ਲੋਕਾਂ ਨੂੰ ਸ਼ ਉਹਨਾਂ ਦਾ ਹ ਬੋਲਿਆ ਜਾਂਦਾ ਉਹਨਾਂ ਤੋਂ, ਰਾਈਟ। ਇਸ ਕਰਕੇ ਹਿੰਦੂ ਇਸ ਕਰਕੇ ਪਹਿਲੀ ਵਾਰ ਜਿਹੜਾ ਯੂਜ਼ ਕੀਤਾ ਗਿਆ ਉਹ ਅਰਬ ਵੱਲੋਂ ਯੂਜ਼ ਕੀਤਾ ਗਿਆ, ਰਾਈਟ ਹੋ ਗਿਆ। ਨੈਕਸਟ ਆਪਾਂ ਕੁਐਸਚਨ ਦੀ ਜੇਕਰ ਗੱਲ ਕਰੀ ਤਾਂ ਕਹਿੰਦਾ ਸੰਸਕ੍ਰਿਤ ਪਲੇ ਦੇ ਵਿੱਚ ਇਨ ਸੰਸਕ੍ਰਿਤ ਪਲੇਜ਼ ਰਿਟਨ ਡਿਊਰਿੰਗ ਦਾ ਗੁਪਤਾ ਪੀਰੀਅਡ ਵੂਮਨ ਐਂਡ ਸ਼ੁਦਰਾ ਸਪੀਕ, ਯਾਨੀ ਜਿਹੜਾ ਸੰਸਕ੍ਰਿਤ ਪਲੇ ਹੁੰਦਾ ਸੀ ਗੁਪਤਾ ਪੀਰੀਅਡ ਦੇ ਦੌਰਾਨ ਉਹਦੇ ਵਿੱਚ ਵੂਮਨ ਤੇ ਸ਼ੁਦਰਾ ਵੱਲੋਂ ਕਿਹੜੀ ਲੈਂਗੁਏਜ ਬੋਲੀ ਜਾਂਦੀ ਸੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿਉਂ? ਇਹ ਵੀ ਰਿਪੀਟਡ ਕੁਐਸਚਨ ਹੈ, ਬਹੁਤ ਵਾਰ ਪੇਪਰਾਂ ਦੇ ਵਿੱਚ ਆਉਂਦਾ ਗਾ। ਇਹ ਕੁਐਸਚਨ ਇੰਪੋਰਟੈਂਟ ਇਸ ਕਰਕੇ ਕਿਉਂਕਿ ਗੁਪਤਾ ਪੀਰੀਅਡ ਦੇ ਟਾਈਮ ਤੇ ਲੈਂਗੁਏਜ ਜਾਂ ਉਸ ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ, ਜੇਕਰ ਤੁਸੀਂ ਪੜ੍ਹਿਆ ਹੋਵੇ ਤਾਂ ਪਹਿਲਾਂ ਆਪਾਂ ਜੋ ਸ਼ੁਰੂਆਤ ਦੀ ਚਲੋ ਗੱਲ ਕਰ ਲਈਏ ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਪੜ੍ਹਦੇ ਹਾਂ। ਫਿਰ ਆਪਾਂ ਹੌਲੀ ਹੌਲੀ ਵੈਦਿਕ ਕਲਚਰ ਦੇ ਵਿੱਚ ਆਉਣਾ। ਤਾਂ ਵੈਦਿਕ ਕਲਚਰ ਤੋਂ ਬਾਅਦ ਆਪਾਂ ਜੇਕਰ ਲੇਟਰ ਵੈਦਿਕ ਕਲਚਰ ਦੀ ਗੱਲ ਕਰੀਏ, ਉਹਦੇ ਵਿਚਾਲੇ ਗੱਲ ਕਰੀਏ ਤਾਂ ਆਪਾਂ ਵਰਨਾ ਸਿਸਟਮ ਦੀ ਗੱਲ ਕਰਦੇ ਹਾਂ, ਕਾਸਟ ਸਿਸਟਮ ਦੀ ਗੱਲ ਕਰਦੇ ਹਾਂ। ਬ੍ਰਾਹਮਣਵਾਦ ਜ਼ਿਆਦਾ ਹੋ ਜਾਂਦਾ, ਇਸੇ ਕਰਕੇ ਫਿਰ ਬੁੱਧਿਜ਼ਮ ਤੇ ਜੈਨਿਜ਼ਮ ਆਉਂਦਾ ਗਾ। ਫਿਰ ਉਸ ਤੋਂ ਬਾਅਦ ਆਪਾਂ ਪੜ੍ਹਦੇ ਗੁਪਤਾ ਪੀਰੀਅਡ ਤੱਕ ਆ ਜਾਂਦੇ ਹਾਂ। ਸੋ ਬੇਸਿਕਲੀ ਜਿਹੜਾ ਵੂਮਨ ਤੇ ਸ਼ੁਦਰਾ ਜਿਹੜੇ ਹੁੰਦੇ ਆ ਬੇਸਿਕਲੀ, ਕਿਉਂਕਿ ਉਹਨਾਂ ਦੇ ਵਿੱਚੋਂ ਹੀ ਆਇਆ, ਰਾਈਟ। ਵੂਮਨ ਤੇ ਸ਼ੁਦਰਾ ਜਿਹੜੇ ਹੁੰਦੇ ਆ ਉਹਨਾਂ ਦੀ ਜਿਹੜੀ ਲੈਂਗੁਏਜ ਹੁੰਦੀ ਆ ਉਸ ਨੂੰ ਲੋਅਰ ਇੱਕ ਤਰੀਕੇ ਦੀ ਹੇਠਲੀ ਲੈਂਗੁਏਜ ਕਿਹਾ ਜਾਂਦਾ। ਲੋਅਰ ਲੈਂਗੁਏਜ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਇਹ ਤਾਂ ਅਮੀਰਾਂ ਦੀ ਲੈਂਗੁਏਜ ਆ, ਇਹ ਇੱਕ ਲੋਅਰ ਵਰਗ ਦੀ ਲੈਂਗੁਏਜ ਆ। ਸੋ ਜਿਹੜੀਆਂ ਔਰਤਾਂ ਤੇ ਸ਼ੂਦਰਾਂ ਦੀ ਜਿਹੜੀ ਲੈਂਗੁਏਜ ਸੀਗੀ ਬੇਸਿਕਲੀ ਉਸ ਟਾਈਮ ਤੇ ਉਸ ਨੂੰ ਲੋਅਰ ਵਰਗ ਦੀ ਲੈਂਗੁਏਜ ਕਿਹਾ ਜਾਂਦਾ ਸੀ। ਸੰਸਕ੍ਰਿਤ ਜਿਹੜੇ ਬੋਲਦੇ ਸੀ ਉਹ ਬ੍ਰਾਹਮਣ ਯਾਨੀ ਜਿਹੜੇ ਅਮੀਰ, ਇੱਕ ਉੱਪਰ ਟੌਪ ਨੋਚ ਜਿਹਨੂੰ ਆਪਾਂ ਕਹਿੰਦੇ ਨੇ ਵੀ ਇਹ ਤਾਂ ਬੰਦੇ ਵੀ ਐਲੀਟ ਕਲਾਸ ਆ, ਅਮੀਰ ਕਲਾਸ ਆ, ਹੈ ਨਾ, ਉਸ ਤਰੀਕੇ ਦੇ। ਤਾਂ ਉਹ ਸੰਸਕ੍ਰਿਤ ਬੋਲਦੇ ਸੀ। ਬਟ ਸੰਸਕ੍ਰਿਤ ਪਲੇ ਦੇ ਵਿੱਚ ਜਿਹੜੇ ਲਿਖੇ ਜਾਂਦੇ ਸੀ ਗੁਪਤਾ ਪੀਰੀਅਡ ਦੇ ਵਿੱਚ, ਉਸ ਤੋਂ ਬਾਅਦ ਜੇਕਰ ਵੂਮਨ ਦੇ ਸ਼ੂਦਰਾਂ ਦੀ ਗੱਲ ਕਰੀ ਤਾਂ ਉਹ ਪ੍ਰਾਕ੍ਰਿਤ ਲੈਂਗੁਏਜ ਬੋਲਦੇ ਸੀ, ਪ੍ਰਾਕ੍ਰਿਤ ਲੈਂਗੁਏਜ। ਸੋ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ।
ਪ੍ਰਾਕ੍ਰਿਤ ਲੈਂਗੁਏਜ ਉਹ ਬੋਲਦੇ ਸੀ। ਰਾਈਟ ਹੋ ਗਿਆ। ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਸੂਫੀ ਸੰਤ ਹੂ ਮੇਨਟੇਨਡ ਦੈਟ ਡਿਵੋਸ਼ਨਲ ਮਿਊਜ਼ਿਕ ਵਾਜ਼ ਵਨ ਵੇ ਆਫ ਕਮਿੰਗ ਕਲੋਜ਼ ਟੂ ਗੋਡ ਵਾਜ਼। ਦੇਖੋ ਪੰਜਾਬੀ ਮੀਡੀਅਮ ਵਾਲੇ ਸਮਝ ਲਓ, ਮੈਂ ਵੀ ਸਰਕਾਰੀ ਸਕੂਲ 'ਚ ਹੀ ਪੜ੍ਹਿਆ ਹੋਇਆ। ਕਾਫੀ ਮੈਨੂੰ ਜਵਾਕ ਮੈਸੇਜ ਕਰਕੇ ਕਹਿੰਦੇ ਕਿ ਸਰ ਪੰਜਾਬੀ 'ਚ ਕੁਐਸਚਨ ਵੀ ਪਾ ਦਿਆ ਕਰੋ। ਪ੍ਰੋਬਲਮ ਹੋਰ ਕੁਛ ਨਹੀਂ ਹੈਗੀ, ਮੱਥਾ ਖਪਾਈ ਉਨੀ ਹੀ ਆ। ਮੈਂ ਚਾਹੁੰਦਾ ਕਿ ਆਪਾਂ ਨੰਬਰ ਆਫ ਕੁਐਸਚਨ ਜ਼ਿਆਦਾ ਕਰੀਏ। ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬੀ ਦੇ ਵਿੱਚ ਕਿਉਂ ਨਹੀਂ ਟਾਈਪ ਹੋਏ। ਜ਼ਿਆਦਾਤਰ ਕੰਮ ਮੇਰੇ ਵੱਲੋਂ ਹੁੰਦਾ, ਇਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਂਦਾ ਗਾ, ਹੋਰ ਕੁਛ ਨਹੀਂ। ਬਟ ਫਿਰ ਵੀ ਮੈਂ ਸਰਕਾਰੀ ਸਕੂਲ 'ਚ ਪੜ੍ਹ ਕੇ ਇੰਨੀ ਕੁ ਅੰਗਰੇਜ਼ੀ ਤਾਂ ਜਾਣਦਾ, ਤੇ ਤੁਹਾਨੂੰ ਵੀ ਇਹਨਾਂ ਪੇਪਰਾਂ ਨੂੰ ਜੇਕਰ ਕਰੈਕ ਕਰਨਾ ਤਾਂ ਉਨੀ ਕੁ ਪੰਜਾਬੀ ਆਉਣੀ ਚਾਹੀਦੀ ਆ। PPSC ਲੈਵਲ ਦਾ ਤਾਂ ਹੈ ਨਹੀਂਗਾ ਵੀ ਇਹਦੇ ਵਿੱਚ ਕਾਫੀ ਲੈਂਗੁਏਜ ਵੱਡੀ ਆ, ਹੈ ਨਾ। ਸੋ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਵੈਸੇ ਵੀ ਤੁਸੀਂ 15 ਨੰਬਰ ਦੀ ਇੰਗਲਿਸ਼ ਦੇ ਕੇ ਜਾਣੀ ਹੈ। ਜਿੱਦਾਂ 15 ਨੰਬਰਾਂ ਦੀ ਇੰਗਲਿਸ਼ ਤੁਸੀਂ ਨਹੀਂ ਦੇਣੀ, ਉਹਦੇ 'ਚ 0 ਨੰਬਰ ਲੈਣਾ ਫਿਰ ਤਾਂ ਮਾੜੀ ਗੱਲ ਆ, ਰਾਈਟ। ਸੋ ਸਿਲੈਕਸ਼ਨ ਹੋਣੀ ਨਹੀਂ ਫਿਰ। ਸੋ ਇਸ ਤਰੀਕੇ ਦੀ ਥੋੜੀ ਜਿਹੀ ਕੋਸ਼ਿਸ਼ ਕਰਿਆ ਕਰੋ। ਤਾਂ ਇਹ ਕੁਐਸਚਨ ਬੇਸਿਕਲੀ ਕਹਿਣਾ ਚਾਹੁੰਦਾ, ਕਹਿੰਦਾ ਕਿਹੜਾ ਬੇਸਿਕਲੀ ਸੂਫੀ ਸੰਤ ਸੀ ਜਿਹਨੇ ਕਿਹਾ ਕਿ ਮਿਊਜ਼ਿਕ ਇੱਕ ਐਸਾ ਰਾਗ ਆ, ਮਿਊਜ਼ਿਕ ਇੱਕ ਐਸਾ ਰਾਸਤਾ ਗਾ, ਮਿਊਜ਼ਿਕ ਇੱਕ ਐਸਾ ਇੰਟਰਮੀਡੀਏਟ ਹੈ, ਯਾਨੀ ਉਹਦੇ ਨਾਲ ਆਪਾਂ ਰੱਬ ਨੂੰ ਪਾ ਸਕਦੇ, ਇੱਕ ਤਰੀਕੇ ਦੇ ਨਾਲ ਆਪਾਂ ਉਸ ਗੋਡ ਦੇ ਨਾਲ ਮਿਲ ਸਕਦੇ ਹਾਂ। ਯਾਨੀ ਇੱਕ ਤਰੀਕੇ ਦੇ ਨਾਲ ਤੁਸੀਂ ਸੁਣਿਆ ਹੋਊਗਾ ਕਿ ਆਪਾਂ ਗੋਡ ਦੇ ਕਲੋਜ਼, ਮਿਊਜ਼ਿਕ ਇੰਨਾ ਜ਼ਿਆਦਾ ਯਾਨੀ ਕਿ ਇੱਕ ਵਧੀਆ ਰਾਸਤਾ ਰੱਬ ਨੂੰ ਮਿਲਣ ਦਾ। ਸੋ ਇਹ ਕਿਹੜੇ ਸੂਫੀ ਸੰਤ ਨੇ ਕਿਹਾ ਸੀਗਾ, ਮਸ਼ਹੂਰ ਆ, ਰਾਈਟ ਆ। ਤੁਸੀਂ ਗਾਣਾ ਸੁਣਿਆ ਹੋਊਗਾ, ਖਵਾਜਾ ਮੇਰੇ ਖਵਾਜਾ ਦਿਲ ਮੇ ਸਮਾ ਜਾ, ਸੁਣਿਆ ਹੋਊਗਾ ਸਾਰਿਆਂ ਨੇ। ਸੋ ਖਵਾਜਾ ਹੀ ਆ ਉਹ, ਅਜਮੇਰ ਰਹਿੰਦੇ ਸੀਗੇ, ਅਜਮੇਰ ਕਰਕੇ ਉੱਥੇ ਜਿਹੜਾ ਹੈਗਾ ਵੀ ਉਹ ਜਗ੍ਹਾ, ਰਾਈਟ। ਸੋ ਮਿਊਨ ਉਦੀਨ ਚਿਸ਼ਤੀ, ਖਵਾਜਾ ਮਿਊਨ ਉਦੀਨ ਚਿਸ਼ਤੀ, ਰਾਈਟ। ਸੋ ਕਾਫੀ ਇੰਪੋਰਟੈਂਟ ਆ। ਹੁਣ ਇਹ ਕਾਸ ਤੋਂ ਆਇਆ ਭਲਾ, ਇਹ ਸੂਫੀ ਸੰਤ ਤੋਂ ਆਇਆ। ਜਿਹੜੇ ਤੁਸੀਂ ਕੁਐਸਚਨ ਕਹਿੰਦੇ ਹੋ ਕਿ ਸਰ ਸੂਫੀ ਸੰਤ ਤੋਂ ਕੁਐਸਚਨ ਕਿਹੋ ਜਿਹੇ ਆ ਜਾਂਦੇ ਆ, ਇਹੋ ਜਿਹੇ ਆ ਜਾਂਦੇ ਭਾਈ, ਦੇਖ ਲਓ, ਰਾਈਟ। ਸੋ ਹਰ ਚੀਜ਼ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੂਗੀ। ਸੂਫੀ ਸੰਤ ਹੂ ਮੇਨਟੇਨਡ ਦਾ ਡਿਵੋਸ਼ਨਲ ਮਿਊਜ਼ਿਕ ਵਾਜ਼ ਵਨ ਵੇ ਕਮਿੰਗ ਕਲੋਜ਼ ਟੂ ਗੋਡ, ਕੀ ਆ ਗਿਆ, ਮਿਊਨ ਉਦੀਨ ਚਿਸ਼ਤੀ, ਅਜਮੇਰ ਆ ਕੇ ਰਹੇ ਸੀ, ਰਾਈਟ। ਇਸ ਤੋਂ ਬਾਅਦ ਆ ਗਿਆ ਹੂ ਵਾਜ਼ ਦਾ ਲਾਸਟ ਰੂਲਰ ਆਫ ਦਾ ਤੁਗਲਕ ਡਾਇਨੈਸਟੀ ਆਫ ਦਾ ਦਿੱਲੀ ਸਲਤਨਤ। ਦਿੱਲੀ ਸਲਤਨਤ ਜੇਕਰ ਤੁਸੀਂ ਹਜੇ ਤੱਕ ਨਹੀਂ ਪੜ੍ਹੀ ਤਾਂ ਮੈਂ ਦੱਸ ਦਿੰਦਾ ਕਿ YouTube ਤੇ ਜਾ ਕੇ ਪਲੇਲਿਸਟ ਦੇ ਵਿੱਚ ਜਾ ਕੇ ਦਿੱਲੀ ਸਲਤਨਤ ਤੇ ਮੁਗਲ, ਨਹੀਂ ਇੱਥੇ ਬਟਨ ਬਣੇ ਹੋਣਗੇ, ਆ YouTube ਤੇ ਦੇਖ ਲਿਓ, ਇਸੇ ਵੀਡੀਓ ਤੇ ਬਟਨ ਜੇ ਬਣੇ ਹੋਣਗੇ, ਉਹਨਾਂ ਦੇ ਵਿੱਚ ਮੈਂ ਦਿੱਲੀ ਸਲਤਨਤ ਤੇ ਮੁਗਲ ਸਲਤਨਤ ਦੇ ਲੈਕਚਰ ਪਾ ਦੂੰਗਾ, ਦੇਖ ਲਿਓ, ਬਹੁਤ ਘੈਂਟ ਆ। ਨੋਟ ਕਰ ਲਿਓ ਕਾਪੀ ਤੇ, ਪਰ ਰੇਸ ਅਕੈਡਮੀ ਅਫੀਸ਼ੀਅਲ ਵੀ ਲਿਖ ਕੇ ਰੱਖ ਲਿਓ, ਜਦੋਂ ਪੇਪਰ ਕਲੀਅਰ ਹੋ ਗਿਆ ਯਾਦ ਵੀ ਰੱਖਿਆ ਕਰੋ ਵੀ ਇਹ ਚੀਜ਼ਾਂ ਪੜ੍ਹਾਈਆਂ ਕਿਹਨੇ ਸੀ। ਚਲੋ, ਤਾਂ ਹੂ ਵਾਜ਼ ਦਾ ਲਾਸਟ ਰੂਲਰ ਆਫ ਦਾ ਤੁਗਲਕ ਡਾਇਨੈਸਟੀ ਆਫ ਦਾ ਦਿੱਲੀ ਸਲਤਨਤ। ਲਾਸਟ ਰੂਲਰ ਕਿਹੜਾ ਸੀਗਾ ਇਹਦਾ ਭਾਈ, ਨਸੀਰ ਉਦੀਨ ਮਹਿਮੂਦ, ਨਸੀਰ ਉਦੀਨ ਮਹਿਮੂਦ, ਰਾਈਟ। ਤੇ ਮੁਹੰਮਦ ਅਲੀ ਤੁਗਲਕ ਵੀ ਕਿਹਾ ਜਾਂਦਾ, ਮਹਿਮੂਦ ਅਲੀ ਤੁਗਲਕ ਵੀ ਕਿਹਾ ਜਾਂਦਾ, ਰਾਈਟ। ਸੋ ਨਸੀਰ ਉਦੀਨ ਮਹਿਮੂਦ ਜਿਹੜਾ ਸੀਗਾ ਬੇਸਿਕਲੀ ਇਹਦਾ ਤੁਗਲਕ ਡਾਇਨੈਸਟੀ ਦਾ ਲਾਸਟ ਰੂਲਰ ਸੀਗਾ। ਜੇਕਰ ਪਹਿਲੇ ਦੀ ਗੱਲ ਕਰੀਏ ਤਾਂ ਪਹਿਲਾ ਜਿਹੜਾ ਸੀਗਾ ਜੀ ਉਹ ਗਿਆਸੁਦੀਨ ਤੁਗਲਕ ਸੀ, ਗਿਆਸੁਦੀਨ ਤੁਗਲਕ, ਠੀਕ ਆ। ਔਰ ਗਿਆਸੁਦੀਨ ਤੁਗਲਕ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਆ ਗਿਆ, ਮੁਹੰਮਦ ਬਿਨ ਤੁਗਲਕ ਤੋਂ ਬਾਅਦ ਤੁਹਾਡਾ ਫਿਰੋਜ਼ ਸ਼ਾਹ ਤੁਗਲਕ ਆ ਗਿਆ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਬਣਦੀਆਂ ਭਾਈ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਜੀ ਹੁਣ ਨਸੀਰ ਉਦੀਨ ਮਹਿਮੂਦ ਆ ਜਾਊਗਾ। ਇਸੇ ਦੇ ਟਾਈਮ ਤੇ ਜਿਹੜਾ ਲਾਸਟ ਰੂਲਰ ਸੀਗਾ, ਇਸੇ ਦੇ ਟਾਈਮ ਤੇ ਹੀ ਤੈਮੂਰ ਨੇ ਇੰਡੀਆ ਤੇ ਹਮਲਾ ਕੀਤਾ ਸੀ, ਤੈਮੂਰ ਨੇ ਇੰਡੀਆ ਤੇ ਹਮਲਾ ਕੀਤਾ ਸੀ। ਜਸਟ ਮੈਂ ਤਾਂ ਚੀਜ਼ਾਂ ਦੱਸ ਦਿੰਦਾ ਥੋੜੇ ਜਿਹਾ ਕਨੈਕਟ ਹੋ ਜੇ, ਬਸ ਬਾਹਲਾ ਜ਼ਿਆਦਾ ਨਹੀਂ। ਸਿਰਫ ਤੁਸੀਂ ਫੋਕਸ ਰੱਖਣਾ ਵੀ ਜੋ ਕੁਐਸਚਨ ਇੱਥੇ ਆ ਗਿਆ ਬਸ ਉਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੇ ਨਾਲ ਦੀਆਂ ਜਾਣਕਾਰੀਆਂ ਤੁਹਾਨੂੰ ਆਪਣੇ ਆਪ ਮਿਲਦੀਆਂ ਜਾਣਗੀਆਂ ਹੌਲੀ ਹੌਲੀ ਹਰ ਪੇਪਰ ਦੇ ਵਿੱਚ, ਰਾਈਟ। ਸੋ ਕਾਫੀ ਇੰਪੋਰਟੈਂਟ ਆ ਭਾਈ ਨਸੀਰ ਉਦੀਨ ਮਹਿਮੂਦ। ਇਸ ਤੋਂ ਬਾਅਦ ਆ ਗਿਆ ਜੀ ਵਿਚ ਆਫ ਦਾ ਫੋਲੋਇੰਗ ਪੇਅਰਸ ਇਜ਼ ਕਰੈਕਟਲੀ ਮੈਚਡ, ਇਹਨਾਂ ਦੇ ਵਿੱਚੋਂ ਕਿਹੜਾ ਕਰੈਕਟਲੀ ਮੈਚ ਆ, ਰਾਈਟ। ਹੁਣ ਗੁਰੂ ਅਮਰਦਾਸ ਜੀ ਮੀਰੀ ਪੀਰੀ ਹੈ, ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਹੈ, ਗੁਰੂ ਰਾਮਦਾਸ ਜੀ ਦਲ ਖਾਲਸਾ, ਗੁਰੂ ਗੋਬਿੰਦ ਸਿੰਘ ਜੀ ਮੰਜੀ। ਸਾਰਿਆਂ ਨੂੰ ਹੀ ਪਤਾ ਹੋਊਗਾ, ਇੰਨਾ ਜ਼ਿਆਦਾ ਸੌਖਾ ਕੁਐਸਚਨ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਆਦਿ ਗ੍ਰੰਥ ਨੇ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਥਾਪਿਤ ਕੀਤਾ ਸੀ ਪਹਿਲੇ, ਯਾਨੀ ਕਿ 5 ਗੁਰੂ ਸਾਹਿਬਾਨ ਦੀ ਇਹਦੇ ਵਿੱਚ ਬਾਣੀ ਦਰਜ ਸੀ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਯਾਨੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਥਾਪਿਆ ਗਿਆ, ਤੇ ਉਹਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬੇਸਿਕਲੀ ਜਿਹੜੀ ਹੈਗੀ ਬਾਣੀ ਨੂੰ ਐਡ ਕੀਤਾ ਗਿਆ। ਸੋ ਕਾਫੀ ਇੰਪੋਰਟੈਂਟ ਹੈ, ਰਾਈਟ। ਸੋ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਸਥਾਪਿਤ ਕੀਤਾ ਗਿਆ, ਇਹ ਕਾਫੀ ਇੰਪੋਰਟੈਂਟ ਹੈ, ਯਾਨੀ ਕਿ ਇਹੀ ਇਹਦੇ ਵਿੱਚ ਰਾਈਟ ਹੈ। ਇਸ ਤੋਂ ਬਾਅਦ ਆ ਗਿਆ ਜੀ ਵਿਚ ਅਮੰਗ ਦਾ ਫੋਲੋਇੰਗ ਪੋਰਟਸ ਵਾਜ਼ ਕਾਲਡ ਬਾਬੁਲ ਮੱਕਾ ਗੇਟਵੇ ਆਫ ਮੱਕਾ, ਯਾਨੀ ਲੋਕ ਇਹਨਾਂ ਦੇ ਵਿੱਚੋਂ ਕਹਿੰਦਾ ਕਿਹੜਾ ਪੋਰਟ ਆ ਮੁਗਲ ਟਾਈਮ ਪੀਰੀਅਡ ਤੇ ਬੇਸਿਕਲੀ ਮੱਕਾ ਜਾਣ ਦਾ ਰਾਸਤਾ ਕਿਹੜਾ ਸੀ। ਬਹੁਤ ਸਿੰਪਲ ਹੈ, ਮੱਕਾ ਜਾਣ ਦਾ ਰਾਸਤਾ ਯਾਨੀ ਉਹ ਪੋਰਟ ਕਿਹੜਾ ਸੀ ਜਿੱਥੋਂ ਮੱਕਾ ਨੂੰ ਉਹ ਜਾਂਦੇ ਹੁੰਦੇ ਸੀ, ਸ਼ੁਰੂਆਤ ਉੱਥੋਂ ਹੁੰਦੀ ਸੀ, ਰਾਈਟ, ਅਪ ਜਾਣ ਵਾਸਤੇ। ਸੋ ਬਬੂਲ ਮੱਕਾ ਕਿਹਾ ਜਾਂਦਾ, ਬਬੂਲ ਮੱਕਾ ਜਾਂ ਗੇਟਵੇ ਆਫ ਮੱਕਾ ਡਿਊਰਿੰਗ ਦਾ ਮੁਗਲ ਪੀਰੀਅਡ। ਕੈਲੀਕਟ ਆ, ਬਰੂਚ ਆ, ਬੰਬੇ ਆ, ਜਾਂ ਫਿਰ ਸੂਰਤ ਆ। ਸੋ ਸੂਰਤ ਇਜ਼ ਦਾ ਰਾਈਟ ਆਨਸਰ, ਸੂਰਤ ਇਜ਼ ਦਾ ਰਾਈਟ ਆਨਸਰ, ਰਾਈਟ। ਸੋ ਇਹ ਵੀ ਕਾਫੀ ਚੀਜ਼ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਭਾਈ ਇਨ ਦਾ ਇੰਟਰਮ ਗਵਰਨਮੈਂਟ, ਹੁਣ ਪੋਲਿਟੀ ਆ ਗਈ। ਇਨ ਦਾ ਇੰਟਰਮ ਗਵਰਨਮੈਂਟ ਫਾਰਮਡ 1946 ਦੇ ਵਿੱਚ ਆਪਣੀ ਇੰਟਰਮ ਗਵਰਨਮੈਂਟ ਬਣੀ ਹੈ। ਤੁਹਾਨੂੰ ਪਤਾ 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਆਉਂਦਾ ਹੈ, ਰਾਈਟ। 1942 ਦੇ ਵਿੱਚ ਕ੍ਰਿਪਸ ਮਿਸ਼ਨ ਹੈ, 1946 ਦੇ ਵਿੱਚ ਕੈਬਨਿਟ ਮਿਸ਼ਨ ਹੈ।
शुरुआत तो लगो जेकर मान लो अपने कॉन्स्टिट्यूशन बनती आप जेकर गल करिए तो 1934 ਦੇ ਵਿੱਚ MN रॉय ने बेसिकली सलाह दी सी कि अपना एक आइडिया दिता सी कि अपनी कॉन्स्टिट्यूशन असैंबली होनी चाहिए। फिर 1935 के INC ने बेसिकली कहा कि हाँ जी कॉन्स्टिट्यूशन असैंबली होनी चाहिए। फिर 1938 के जवाहरलाल नेहरू ने कहा कि हाँ जी अपनी कॉन्स्टिट्यूशन असैंबली होनी चाहिए। फिर 1940 के अगस्त ऑफ आया पहली बार कहते भाई हाँ तुम कॉन्स्टिट्यूशन असैंबली बना लो, बट मुस्लिम लीग ने अपना पाकिस्तान कहा कि सानू तो पाकिस्तान चाहिए फलाना ध्योंका, उन्होंने बेसिकली उस तो विदड्रॉ करता भी असी तो इस चीज़ को मनते ही नहीं। फिर 1942 के क्रिप्स मिशन आया, उन्होंने भी गांधी जी ने पोस्ट डेटेड चैक कहा, यानी वो भी किसी ना किसी तरीके के फेल हो गया। फिर कैबिनेट मिशन आता गा, कौन कौन आता वो पैथिक लॉरेंस आता गा, AV अलेगजेंडर आता गा, क्रिप्स आता गा। उस दे विच पैथिक लॉरेंस प्रेजिडेंट होंदा ते ਉਹ कैबिनेट मिशन कहते हैं भाई हुण तुसीं अपना कॉन्स्टिट्यूशन बना सकते हो, किसी ना किसी तरीके यानी कि पास हो जाता, तो हाँ हुण कॉन्स्टिट्यूशन अपना बनूगा। फिर इलैक्शन वगैरह होंदियां, मैंबर आउंदे आ, सारा कुछ तुहाडा मैं पढ़ाया होया बेसिकली थ्योरी दे विच। ते फिर उस तो बाद इंटरम गवर्नमेंट बनदी आ। उस इंटरम गवर्नमेंट की गल कर रहा कि उहदे विच वाइस प्रेजिडेंट कौन सीगा ऑफ द एग्जीक्यूटिव काउंसल, वाइस प्रेजिडेंट जिहड़ा सीगा जी जवाहर लाल नेहरू, वाइस प्रेजिडेंट ऑफ द एग्जीक्यूटिव काउंसल, वाइस प्रेजिडेंट ऑफ द एग्जीक्यूटिव काउंसिल कौन सीगा, जवाहर लाल नेहरू, जवाहर लाल नेहरू याद रखना। इस तो बाद आ गया जी हु अमंगस्ट द फॉलोइंग इंग्लिशमैन फर्स्ट ट्रांसलेटेड भगवत गीता इनटू इंग्लिश, केड़ा इंग्लिशमैन पहला सी जिन्हें बेसिकली भगवत गीता नू ट्रांसलेट किया इनटू इंग्लिश। काफ़ी वार इंपॉर्टेंट क्वेश्चन यह रिपीट होंदा गा। चार्लस विल्किंस, चार्लस विल्किंस 1885 के बेसिकली वो करीब करीब ये याद नहीं रखा कि कदों ट्रांसलेट किया, पर हाँ फिर भी अंदाजा याद रखियो। तो इंग्लिशमैन केड़ा सीगा भगवत गीता नू इंग्लिश दे विच ट्रांसलेट करने वाला, चार्लस विल्किंस, काफ़ी इंपॉर्टेंट है। इस तो बाद आ गया जी हु अमंग द फॉलोइंग इंडियन रूलर एस्टैबलिश अंबैसीज, केड़ा इंडियन रूलर है जिन्हें कहता अंबैसीज बेसिकली एस्टैबलिश कीतियां इन फॉरन कंट्रीज इन ऑन मॉडर्न लाइन्स, यानी बेसिकली काफ़ी इंपॉर्टेंट है। जेकर तुम टीपू सुल्तान को पढ़ोगे तो आह इंपॉर्टेंट लाइन पक्का पढ़ोगे जिन्हें भी पढ़ाया होया थोनों, राइट। सो टीपू सुल्तान इसका राइट आंसर आ जाऊगा, यानी अंबैसीज वगैरह एस्टैबलिश कीतियां टीपू सुल्तान ने। सो काफ़ी 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 इंपॉर्टेंट ये क्वेश्चन है। नैक्सट आप जेकर गल करिए तो कहना इन विच ईयर वाज प्रिवेंशन ऑफ फूड अडल्ट्रेशन एक्ट फर्स्ट इनैक्टेड, स्टैटिक क्वेश्चन। स्टैटिक क्वेश्चन ये भी क्वेश्चन बहुत बार रिपीट होया, कहता भाई जो फूड अडल्ट्रेशन यानी कि भोजन के जी मिलावट है ਉਹਦੇ ਲਈ प्रिवेंशन ਉਹਨੂੰ रोकथाम ਲਈ बेसिकली एक्ट तैयार किया गया। वो एक्ट कदों आया सीगा 1951 54 64 ਤੇ 56 1954 इस दा राइट आंसर 1964 54 ਦੇ ਵਿੱਚ ਇਹ ਆਇਆ ਸੀ, राइट। ਇਹਨੂੰ एज इट इज़ याद रखना काफ़ी इंपॉर्टेंट है। 1954 ਦੇ ਵਿੱਚ ਆਇਆ कि जेकर भोजन ਦੇ ਵਿੱਚ ਮਿਲਾਵਟ ਹੁੰਦੀ ਹੈ ਤਾਂ ਉਹਦੇ ਕੀ ਆਪਾਂ ਪ੍ਰਾਵਧਾਨ ਰੱਖ ਸਕਦੇ ਹਾਂ, ਕਿਵੇਂ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਕਿਹੜੇ रूल एंड रेगूलेशन है बेसिकली इस एक्ट ਦੇ ਵਿੱਚ ਪਾਏ गए। ਤਾਂ 1954 ਦੇ ਵਿੱਚ ਇਹ प्रिवेंशन ऑफ फूड अडल्ट्रेशन आया 1954। इस तो बाद आ गया जी हु स्टार्टेड द न्यूज़पेपर सोम प्रकाश, सोमा प्रकाश भी इन्हों कहा जाता, काफ़ी थावां ते इस तरीके दे नाल भी लिखा होंदा सोमा प्रकाश। सो यह न्यूज़पेपर है किन्ना द्वारा बेसिकली एस्टैबलिश किया गया यानी स्टार्ट किया गया। बहुत बार जेकर तुसीं हिस्टरी पढ़ी होवे तो उहदे विच बहुत बार नाम आउंदा गा ईश्वर चंद्र विद्यासागर दा। सो ईश्वर चंद्र विद्यासागर द्वारा बेसिकली 1859 दे विच सोम प्रकाश या सोमा प्रकाश कह सकते सोम प्रकाश 1859 दे विच यह न्यूज़पेपर है जिहड़ा बेसिकली स्टार्ट किया। तुसीं याद रखना, सिर्फ नाम ईयर याद रखने की बड़ी लोड़ नहीं हैगी। ईश्वर चंद्र विद्यासागर इज द राइट आंसर। नैक्सट क्वेश्चन आ गया विली विली, बहुत बार ये भी क्वेश्चन तुसीं देखते होंगे। विली विली जिवें आपां बहुत सारिया साइक्लोन के नाम पढ़ते हैं, एक तरीके का ट्रॉपिकल साइक्लोन आस्ट्रेलिया के भी आता, उसनूं विली विली कहा जाता, बहुत बार एक क्वेश्चन आता। सो इसका जो आंसर आ जाऊगा ए टाइप ऑफ ग्रोन टैंपरेट रीजन, ए विंड दैट ब्लोज इन ए डेजर्ट, ए ट्रॉपिकल साइक्लोन ऑफ द नॉर्थ वैस्ट आस्ट्रेलिया। सो नॉर्थ वैस्ट आस्ट्रेलिया के जो साइक्लोन आता गा एक टाइप ट्रॉपिकल साइक्लोन है बेसिकली एक टाइप का। सो उत्थे इहदा आंसर यानी कि आपां लावांगे सी, राइट हो गया। नैक्सट आ गया कहता किहड़ी लेयर ऑफ द एटमोसफेयर इज रिस्पोंसिबल फॉर द डिफ्लैक्शन ऑफ द रेडियो वेव्स। रेडियो वेव्स दे नाल जेकर रिलेटेड आ जाए तो हमेशा आइनोस्फीयर याद रखियो। आइनोस्फीयर किहड़ी लेयर रिस्पोंसिबल है, कहता एटमोसफेयर की जिहड़ी रेडियो वेव्स का डिफ्लैक्शन करती है। सो आइनोस्फीयर, राइट। सो आइनोस्फीयर इत्थों बेसिकली तरंगां जिहड़ियां बेसिकली मुड़ के आउंदियां। आइनोस्फीयर सब तो छोटी लेयर किहड़ी है, ट्रोपोस्फीयर, सारिਆਂ ਨੂੰ पता होगा। उस तो बाद अपन स्ट्रैटोस्फीयर, ठीक है, तो फिर यानी कि मीसोस्फीयर। जो काफ़ी चीज़ां यानी कि इंपॉर्टेंट बनदियां। जेकर मान लो थोड़ा लोएस्ट लोअर पूछी जाए जां ऐ मान लो फॉर एग्जाम्पल तुहानूं पूछा जाए क्लाउड्स पूछे जान, है ना, क्लाउड्स पूछे जान तो फिर किहड़ी कहोगे, स्ट्रैटोस्फीयर। काफ़ी इंपॉर्टेंट है कि क्लाउड्स अपने एरोप्लेन वगैरह कित्थे तुहानूं देखण नूं उड़दे आ मिलदे आ, तो स्ट्रैटोस्फीयर आऊगा, राइट। ओजोन लेयर पूछी जाए तो स्ट्रैटोस्फीयर
भी आ जाऊगा, उत्थे आ बेसिकली वो एंड ते ओजोन लेयर बनती है। आयनोस्फीयर तो मैं दस ही दिता, राइट। इस तो बाद आ गया द दिनेश गोस्वामी कमेटी वाज कंसर्नड विद। दिनेश गोस्वामी कमेटी, ये भी पॉलिटी का ही एक क्वेश्चन है, काफ़ी इंपॉर्टेंट है। इलैक्शनां जिहड़ियां अपनी बेसिकली होंदियां गईयां, इलैक्शनां दे विच रिफॉर्म्स लिआंदे गए सी भी किस तरीके दे नाल अपनी इलैक्शनां होणीआं चाहीदियां, उहदे रूल्स एंड रेगूलेशन थोड़े बहुत होर वधिया तरीके दे नाल डिफाइन कीते गए सी, यानी उहदे विच थोड़ा बहुत चेंज आया सी। उहदे लई एक कमेटी बनाई गई सी 1990 ਦੇ ਵਿੱਚ। 1990 ਦੇ ਵਿੱਚ उस कमेटी ਨੂੰ ਕਿਹਾ ਜਾਂਦਾ दिनेश गोस्वामी कमेटी। एंड ਇਹ ਕਾਹਦੇ वास्ते ਸੀਗੀ? इलैक्टोरल रिफॉर्म वास्ते, इलैक्टोरल रिफॉर्म वास्ते, राइट, इलैक्टोरल रिफॉर्म वास्ते। सो ये भी नाइस क्वेश्चन है, काफ़ी इंपॉर्टेंट क्वेश्चन है। इस तो बाद अगला क्वेश्चन की जेकर मैं गल करा, अगला क्वेश्चन है कहता पहला स्पीकर वो किहड़ा सी whom a motion of non confidence, नॉन कॉन्फिडेंस मोशन होंदा जिते यकीन आपां नूं ना रहे तो उन्होंने आपां ला दिंने बेसिकली, राइट। जिवें आपां कहने नो कॉन्फिडेंस मोशन जेकर पार्लीमेंट दे विच सरकार डिग पऊगी, यानी कि सरकार ते हुण यकीन नहीं रहा। सो बेसिकली कहता किहड़ा पहला स्पीकर वो कौन सी, फर्स्ट स्पीकर वो कौन सी whom a motion of non confidence मोशन, यानी जिहदे ते यह चलिया सी लोक सभा दे विच। सो पहला स्पीकर वो किहड़ा सी जिते नो कॉन्फिडेंस मोशन यानी कि चलिया, राइट। सो काफ़ी इंपॉर्टेंट है, whom a मोशन ऑफ नॉन कॉन्फिडेंस वाज मूव्ड इन द लोक सभा, राइट। सो जी.वी. मावलेकर। वैसे भी यह फर्स्ट स्पीकर ऑफ द लोक सभा ही है, फर्स्ट स्पीकर ऑफ द लोक सभा, फर्स्ट स्पीकर ऑफ द लोक सभा भी यही है, राइट। वैसे भी, राइट। असो याद रखना गा। एक चीज़ हो रहा है कि जो अपनी कॉन्स्टिट्यूशन असैंबली बनती सी, यानी कॉन्स्टिट्यूशन असैंबली बेसिकली बन गई सी, तो कॉन्स्टिट्यूशन बना रहे सी 26 जेकर आप गल करिए तो 26 जनवरी 1950 ਨੂੰ ਆਪਾਂ बेसिकली इंप्लीमेंट किया अपने जो कॉन्स्टिट्यूशन बन गया उन्होंने तो अडॉप्ट किया आप 26 नवंबर 1949 ਨੂੰ। सो बेसिकली ਉਹਦੇ ਰਾਹੀਂ ਜਿਹੜੀ ਵਿੱਚ एक कॉन्स्टिट्यूशनल बॉडी बनाई गई सी, एक कॉन्स्टिट्यूशनल बॉडी बनाई गई सी। वैसे एक्सप्लेनेशन वाला जेकर तुसीं पढ़िया होवे फिर पता लगूगा। एक कॉन्स्टिट्यूशनल बॉडी बनाई गई सी, एक लैजिसलेटिव बॉडी बनाई गई सी, लैजिसलेटिव बॉडी बनाई गई सी। तो एक कॉन्स्टिट्यूशनल बॉडी का जो चेयरमैन सीगा वो तो डॉक्टर राजेंद्र प्रसाद सी, राइट। बट जी लैजिसलेटिव बॉडी का चेयरमैन सीगा वो जी.वी. मावलेकर सी, लैजिसलेटिव बॉडी। यानी कहने का मतलब ये सीगा उहदा तुक कि जदों तक अपना कॉन्स्टिट्यूशन नहीं बनता तो उदों तक इंडिया किवें वर्क करूगा। तो जिहड़े ऑलरेडी ब्रिटिश हुकूमत वेले ऑर्डनरी लॉज चल रहे सी तो उहदे नाल ही कहते 1950 तक जदों तक यानी कॉन्स्टिट्यूशन नहीं बनता तो वह ऑर्डनरी लॉज ही है जिहड़े वो इंडिया नूं चलाउणगे। उहदे वास्ते एक लैजिसलेटिव बॉडी बनाई गई सी, उस दा चेयरमैन कौन सीगा? जी.वी. मावलेकर। एंड कॉन्स्टिट्यूशन बॉडी यानी कि जिहड़ी कॉन्स्टिट्यूशन बना रही सी उहदा प्रेजिडेंट डॉक्टर राजेंद्र प्रसाद नूं बनाया गया सी, तां ही जाके गाहां जाके प्रेजिडेंट डॉक्टर राजेंद्र प्रसाद बनते हैं। सो यह 20 क्वेश्चन बेसिकली, हालांकि 30 होने चाहिए पर अज पहला दिन है इस करके थोड़े जे घट क्वेश्चन ये रखे, यानी तुहानूं जस्ट दिखाया। आप उवें क्वेश्चन करा करेंगे जिवें 30 क्वेश्चन जीके दे आउंदे, 20 क्वेश्चन पंजाब जीके दे आउंदे। कदे आप पंजाब जीके नूं फोकस करा करेंगे, कदे आप जीके नूं फोकस करा करेंगे। बट अज क्योंकि पहला सैशन से इस करके मैं ये दोनों मिक्स करते, यानी तुहानूं पंजाब जीके दे भी क्वेश्चन मैं थोड़े जिहे कराऊँगा, राइट। सो ये 20 क्वेश्चन बेसिकली हो गए। इस तो बाद आ गया भाई अगला हुण पंजाब जीके का अपना सैशन है, यानी ये भी अपना पहला ही है। सो ये मैं मिक्स ही कर रहा 20 क्वेश्चन ये पंजाब जीके के क्वेश्चन रहने 10, बट उदों बाद आप पंजाब जीके अड्ड पढ़िया करेंगे। पता लग जाए करूँ थंबनेल तो पता लग जाए करूँगा कि अज पंजाब जीके के क्वेश्चन है, अज वो क्वेश्चन है। इन्हों की PDF तुहानूं मिलते रहा करूँ, मैं तुहानूं दस ही दिता शुरुआत दे विच, देख लिओ, ठीक है। चलो खैर, तो हुण आपां जेकर पहले क्वेश्चन की गल करिए, पहला क्वेश्चन है कहंदा वट वाज द नेम ऑफ द पंडित हू इंस्ट्रक्टेड गुरु नानक देव जी टू वियर जनेऊ। बेसिकली गुरु नानक देव जी ने जनेऊ पाउण वास्ते किहड़े पंडित ने बेसिकली उन्होंने इंस्ट्रक्शनां दित्तियां सी। तुहानूं पता गुरु नानक देव जी ने जनेऊ पाउण तो ना करती सी। सो पंडित का नाम की सीगा? पंडित हरदयाल। पंडित हरदयाल है, काफ़ी इंपॉर्टेंट है, पंडित हरदयाल। इस तो बाद आ गया विच सिख डिड गुरु रामदास जी डिप्यूट फॉर द एग्जीक्यूशन ऑफ द टैंक एट संतोखसर। सो संतोखसर टैंक बेसिकली उन्होंने एग्जीक्यूट यानी उन्होंने डिस्कवर करने वास्ते एक तरीके कह सकते हो कि गुरु रामदास जी ने किहड़े सिख की ड्यूटी लाई सी, किहड़े सिख नूं डिप्यूट कीता सी, ड्यूटी लाई सी उस काम वास्ते। सो बाबा लहणा जी नूं कीता सी, प्रिथी चंद नूं कीता सी, बाबा बुढ़ा जी नूं, भाई गुरदास नूं, बाबा बुढ़ा जी नूं यह ड्यूटी ते लाया सी गुरु रामदास जी द्वारा। एक काफ़ी 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 इंपॉर्टेंट क्वेश्चन है बाबा बुढ़ा जी। नैक्सट क्वेश्चन आ गया कहता ली कोर वजीर। ली कोर वजीर एक आर्कीटैक्ट है, कहता इंडिया का जोड़ा पहला सिटी प्लान किया चंडीगढ़ है ना, वह कितों सी? बेसिकली काफ़ी सौखा क्वेश्चन है, फ्रेंच आर्कीटैक्ट सीगा ली कोर वजीर, राइट। सो काफ़ी इंपॉर्टेंट है। नैक्सट क्वेश्चन आ गया कहता हू वाज द फर्स्ट CM ऑफ पंजाब।
ਹੂ ਵਾਜ਼ ਦਾ ਫਸਟ CM ਆਫ ਪੰਜਾਬ ਆਫਟਰ ਬਾਈਫਰਕੇਸ਼ਨ ਆਫ ਪੰਜਾਬ। ਆਫਟਰ ਬਾਈਫਰਕੇਸ਼ਨ ਆਫ ਪੰਜਾਬ ਦਾ ਮਤਲਬ ਕੀ ਆ ਕਿ ਜਦੋਂ ਪੰਜਾਬ ਦੇ ਦੋ ਟੁਕੜੇ ਹੋਏ ਯਾਨੀ 1966 ਦੇ ਵਿੱਚ, ਰਾਈਟ। ਤਾਂ ਬਾਈਫਰਕੇਸ਼ਨ ਆਫ ਪੰਜਾਬ ਤੁਹਾਨੂੰ ਪਤਾ ਹਰਿਆਣਾ ਨਿਕਲਿਆ, ਰਾਈਟ। ਸੋ ਪਹਿਲਾ CM ਉਸ ਟਾਈਮ ਤੇ ਕਹਿੰਦਾ ਕੌਣ ਸੀਗਾ, ਉਸ ਟਾਈਮ ਤੇ ਪਹਿਲਾ CM ਫਸਟ CM ਆਫ ਪੰਜਾਬ ਆਫਟਰ ਬਾਈਫਰਕੇਸ਼ਨ ਆਫ ਪੰਜਾਬ, ਤਾਂ ਉਸ ਟਾਈਮ ਤੇ ਜਿਹੜਾ ਸੀਗਾ ਜੀ ਉਹਦਾ ਨਾਮ ਸੀਗਾ ਗੁਰਮੁਖ ਸਿੰਘ ਮੁਸਾਫਿਰ। ਗੁਰਮੁਖ ਸਿੰਘ ਮੁਸਾਫਿਰ, ਇਹ ਤੁਸੀਂ ਯਾਦ ਰੱਖਣਾ ਹੈ, ਗੁਰਮੁਖ ਸਿੰਘ ਮੁਸਾਫਿਰ। ਗੋਪੀ ਚੰਦ ਨਾ ਲਾ ਦਿਓ, ਗੋਪੀ ਚੰਦ ਤਾਂ ਖੈਰ ਆਪਸ਼ਨ 'ਚ ਹੈ ਨਹੀਂ, ਪਰ ਹਾਂ ਉਹ ਪਹਿਲਾਂ 1947 ਦੀ ਗੱਲ ਆ। ਤਾਂ ਗੁਰਮੁਖ ਸਿੰਘ ਮੁਸਾਫਿਰ ਇਜ਼ ਦਾ ਰਾਈਟ ਆਨਸਰ। ਇਸ ਤੋਂ ਬਾਅਦ ਆ ਗਿਆ ਜੀ ਹੂ ਵਾਜ਼ ਦਾ ਫਸਟ ਚੀਫ ਕਮਿਸ਼ਨਰ ਆਫ ਚੰਡੀਗੜ੍ਹ। ਤਾਂ ਪਹਿਲਾ ਚੀਫ ਕਮਿਸ਼ਨਰ ਚੰਡੀਗੜ੍ਹ ਦਾ ਕੌਣ ਸੀਗਾ? ਮੋਹਿੰਦਰ ਸਿੰਘ ਰੰਧਾਵਾ। ਮੋਹਿੰਦਰ ਸਿੰਘ ਰੰਧਾਵਾ, ਹਾਂ ਮੋਹਿੰਦਰ ਸਿੰਘ ਰੰਧਾਵਾ ਹੀ ਇਹਦਾ ਆਨਸਰ ਆ ਜਾਵੇਗਾ, ਮੋਹਿੰਦਰ ਸਿੰਘ ਰੰਧਾਵਾ। ਦੂਸਰਾ ਸੀਗਾ ਦਮੋਦਰ ਦਾਸ। ਕ੍ਰਿਸ਼ਨਾ ਬੈਨਰਜੀ ਜਿਹੜਾ ਸੀਗਾ ਉਹ ਲਾਸਟ ਚੀਫ ਕਮਿਸ਼ਨਰ ਸੀ, ਲਾਸਟ ਚੀਫ ਕਮਿਸ਼ਨਰ। ਬਾਕੀ ਫਿਰ ਮੈਂ ਉਹੀ ਕਹਿਣਾ ਵੀ ਫਿਲਹਾਲ ਤੁਹਾਡਾ ਮੇਨ ਮੁੱਦਾ ਹੋਣਾ ਚਾਹੀਦਾ ਇਸ ਕੁਐਸਚਨ ਦਾ ਆਨਸਰ। ਇਹ ਲਾਸਟ ਵਾਲਾ ਵੀ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆ ਹੀ ਜਾਊਗਾ, ਡੂ ਨਾਟ ਵਰੀ, ਰਾਈਟ। ਸੋ ਬਟ ਫਿਰ ਵੀ ਯਾਦ ਰੱਖਣਾ ਕ੍ਰਿਸ਼ਨਾ ਬੈਨਰਜੀ ਲਾਸਟ ਚੀਫ ਕਮਿਸ਼ਨਰ ਹੋ ਗਿਆ, ਠੀਕ ਹੈ। ਭੈਰਵ ਦੱਤ ਪਾਂਡੇ ਜਿਹੜਾ ਸੀਗਾ ਇਹ ਕਦੋਂ ਸੀ ਭਲਾ? ਇਹ ਜਦੋਂ 1 ਜੂਨ 1984 ਨੂੰ, 1 ਜੂਨ 1984 ਨੂੰ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ ਭੈਰਵ ਦੱਤ ਪਾਂਡੇ। ਕ੍ਰਿਸ਼ਨਾ ਬੈਨਰਜੀ ਆ ਗਿਆ ਆਪਣਾ ਲਾਸਟ ਚੀਫ ਕਮਿਸ਼ਨਰ, ਇਹ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਜੀ ਵੈਨ ਡਿਡ ਦਾ ਬੰਬ ਡ੍ਰੌਪ ਇਨ ਅਸੈਂਬਲੀ ਬਾਏ ਭਗਤ ਸਿੰਘ। ਭਗਤ ਸਿੰਘ ਦੁਆਰਾ ਜਿਹੜਾ ਬੰਬ ਆ ਉਹ ਅਸੈਂਬਲੀ ਦੇ ਵਿੱਚ ਕਦੋਂ ਸੁੱਟਿਆ ਗਿਆ ਸੀ? 8 ਅਪ੍ਰੈਲ 1928, 8 ਅਪ੍ਰੈਲ 1929, 8 ਅਪ੍ਰੈਲ 1931 ਜਾਂ 1930। ਸੋ ਇਹ ਕੁਐਸਚਨ ਵੀ ਕਨਫਿਊਜ਼ ਕਰਦਾ, ਸੋ ਯਾਦ ਰੱਖਣਾ ਅੱਜ ਤੋਂ ਬਾਅਦ 8 ਅਪ੍ਰੈਲ 1929। ਕੋਈ ਵੀ ਇਹਦਾ ਲਿੰਕ ਬਣਾਓ, ਯਾਦ ਰੱਖਣਾ ਚਾਹੀਦਾ 8 ਅਪ੍ਰੈਲ 1929। ਇਸ ਤੋਂ ਬਾਅਦ ਆ ਗਿਆ ਜੀ ਹੂ ਵਾਜ਼ ਮੇਡ ਦਾ ਗਵਰਨਰ ਆਫ ਪੰਜਾਬ ਬਾਏ ਬਹਿਲੋਲ ਲੋਧੀ 1469। ਇਹ ਸਾਰੀ ਸਟੋਰੀ ਹੀ ਤੁਹਾਨੂੰ ਮੈਂ ਪੜ੍ਹਾ ਰੱਖੀ ਆ ਪੰਜਾਬ, ਜੇਕਰ ਤੁਸੀਂ GK ਦੀ ਕਲਾਸ ਮੇਰੀ ਦੇਖੀ ਹੋਵੇ YouTube ਤੇ, ਨਹੀਂ ਦੇਖੀ ਤਾਂ ਦੇਖ ਲਿਓ। 1451 ਦੇ ਵਿੱਚ ਬਹਿਲੋਲ ਲੋਧੀ ਹੁੰਦਾ ਹੈਗਾ, 1469 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈਗਾ। ਉਸ ਟਾਈਮ ਤੇ ਬਹਿਲੋਲ ਲੋਧੀ ਦੁਆਰਾ ਤਤਾਰ ਖਾਨ ਨੂੰ ਬਣਾਇਆ ਜਾਂਦਾ ਹੈਗਾ। ਉਸ ਟਾਈਮ ਤੇ ਤਤਾਰ ਖਾਨ ਨੂੰ ਬੇਸਿਕਲੀ ਪੰਜਾਬ ਦਾ ਗਵਰਨਰ ਬਣਾਇਆ ਜਾਂਦਾ ਹੈ। ਤਤਾਰ ਖਾਨ ਤੋਂ ਬਾਅਦ ਕੌਣ ਆਉਂਦਾ ਹੈਗਾ? ਦੌਲਤ ਖਾਨ ਲੋਧੀ। ਇਹੀ ਆ ਦੌਲਤ ਖਾਨ ਲੋਧੀ ਜਿਹੜਾ ਉਸ ਨੂੰ ਬੁਲਾਉਂਦਾ ਹੈਗਾ ਆਪਣੇ ਬਾਬਰ ਨੂੰ, ਰਾਈਟ। ਬਾਬਰ ਫਿਰ ਹਮਲਾ ਕਰਦਾ ਹੈਗਾ। ਇਬਰਾਹਿਮ ਲੋਧੀ ਉਸ ਟਾਈਮ ਤੇ ਤਖਤ ਤੇ ਹੁੰਦਾ ਦਿੱਲੀ ਸਲਤਨਤ ਤੇ, ਹੈ ਨਾ, ਦਿੱਲੀ ਤੇ। ਸੋ ਇਬਰਾਹਿਮ ਲੋਧੀ ਨੂੰ ਫਿਰ ਹਰਾਇਆ ਜਾਂਦਾ ਹੈਗਾ। ਇਹਨਾਂ ਦੇ ਵਿੱਚ ਵਿਚਾਲੇ ਬਹਿਲੋਲ ਲੋਧੀ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਕੌਣ ਆਉਂਦਾ ਹੈਗਾ? ਸਿਕੰਦਰ ਲੋਧੀ, ਜਿਹੜਾ ਆਗਰਾ ਸਿਟੀ ਦੀ ਬੇਸਿਕਲੀ ਐਸਟੈਬਲਿਸ਼ਮੈਂਟ ਕਰਦਾ, ਆਗਰਾ ਸਿਟੀ ਹੈ ਨਾ ਫਾਊਂਡ ਕਰਦਾ। ਸੋ ਬੇਸਿਕਲੀ ਬਹਿਲੋਲ ਲੋਧੀ ਦੁਆਰਾ ਜਿਹੜਾ ਸੀਗਾ ਜੀ ਉਹ ਤਤਾਰ ਖਾਨ ਸੀ। ਇਸ ਤੋਂ ਬਾਅਦ ਆ ਗਿਆ ਹੂ ਆਨਰਡ ਦਾ ਟਾਈਟਲ ਆਫ ਨਵਾਬ ਟੂ ਸਰਦਾਰ ਕਪੂਰ ਸਿੰਘ। ਨਵਾਬ ਕਪੂਰ ਸਿੰਘ ਨੂੰ ਨਵਾਬ ਦਾ ਜਿਹੜਾ ਟਾਈਟਲ ਦਿੱਤਾ ਗਿਆ ਸੀ, ਸਰਦਾਰ ਕਪੂਰ ਸਿੰਘ ਨੂੰ ਨਵਾਬ ਦਾ ਟਾਈਟਲ ਕਿਹਦੇ ਦੁਆਰਾ ਦਿੱਤਾ ਗਿਆ ਸੀ? ਫਰੂਖ ਸ਼ੇਰ ਦੁਆਰਾ ਦਿੱਤਾ ਗਿਆ ਸੀ, ਜੱਸਾ ਸਿੰਘ ਦੁਆਰਾ, ਜ਼ਾਕਰੀਆ ਖਾਨ ਜਾਂ ਯਹੀਆ ਖਾਨ? ਜ਼ਕਰੀਆ ਖਾਨ ਦੁਆਰਾ ਬੇਸਿਕਲੀ ਇਹ ਅਵਾਰਡ ਦਿੱਤਾ ਗਿਆ ਸੀ। ਥੋੜਾ ਜਿਹਾ ਤੁਹਾਨੂੰ ਲੱਗੂਗਾ ਵੀ ਜ਼ਕਰੀਆ ਖਾਨ ਨੇ ਨਵਾਬ ਕਪੂਰ ਸਿੰਘ ਨੂੰ ਨਵਾਬ ਦਾ ਟਾਈਟਲ ਕਿਉਂ ਦਿੱਤਾ। ਇਸ ਜਾਣਕਾਰੀ ਲਈ ਫਿਰ ਤਾਂ ਤੁਹਾਨੂੰ ਪੰਜਾਬ GK ਦੀ ਸੀਰੀਜ਼ ਦੇਖਣੀ ਪੈਣੀ ਆ। ਪੰਜਾਬ GK ਦੀ ਸੀਰੀਜ਼ YouTube ਤੇ ਵੀ ਆ, ਪੇਡ ਕੋਰਸ ਦੇ ਵਿੱਚ ਵੀ ਆ, ਜਿੱਥੇ ਮਰਜ਼ੀ ਦੇਖੋ। ਬਟ ਹਾਂ ਪੇਡ ਕੋਰਸ ਦੇ ਵਿੱਚ ਆਬਵੀਅਸ ਗੱਲ ਆ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਹੋਊਗਾ। ਸੋ ਜ਼ਕਰੀਆ ਖਾਨ ਇਹਦਾ ਰਾਈਟ ਆਨਸਰ ਬਣ ਗਿਆ। ਇਸ ਤੋਂ ਬਾਅਦ ਜੀ SGPC ਦਾ ਕਹਿੰਦਾ ਪਹਿਲਾ ਸੈਸ਼ਨ ਕਦੋਂ ਸੀ? ਕਾਫੀ ਇੰਪੋਰਟੈਂਟ ਕੁਐਸਚਨ ਹੈ। SGPC ਦੇ ਮੈਂ ਸਾਰੇ ਕੁਐਸਚਨ ਕਰਾ ਦੂੰਗਾ, ਰਾਈਟ। SGPC ਦਾ ਜਿਹੜਾ ਪਹਿਲਾ ਸਤਰ ਕਦੋਂ ਸੀਗਾ? ਉਹ ਸੀਗਾ ਜੀ 12 ਦਸੰਬਰ 1920। 12 ਦਸੰਬਰ 1920। ਪ੍ਰੈਜ਼ੀਡੈਂਟ ਉਦੋਂ ਕੌਣ ਸੀਗਾ? ਸੁੰਦਰ ਸਿੰਘ ਮਜੀਠੀਆ। ਉਦੋਂ ਪ੍ਰੈਜ਼ੀਡੈਂਟ ਕੌਣ ਸੀਗਾ? ਸੁੰਦਰ ਸਿੰਘ ਮਜੀਠੀਆ। ਸੁੰਦਰ ਸਿੰਘ ਮਜੀਠੀਆ, ਸੁੰਦਰ ਸਿੰਘ ਮਜੀਠੀਆ, ਰਾਈਟ। ਉਸ ਤੋਂ ਬਾਅਦ ਫਿਰ ਇਲੈਕਸ਼ਨਾਂ ਹੋਈਆਂ। ਇਲੈਕਸ਼ਨਾਂ ਹੋਣ ਤੋਂ ਬਾਅਦ ਫਿਰ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ? ਫਸਟ ਜੇਕਰ ਪੁੱਛਿਆ ਜਾਵੇ, ਫਸਟ ਇਲੈਕਟਡ ਪ੍ਰੈਜ਼ੀਡੈਂਟ ਜੇਕਰ ਪੁੱਛਿਆ ਜਾਵੇ, ਫਸਟ ਇਲੈਕਟਡ ਪ੍ਰੈਜ਼ੀਡੈਂਟ ਜੇਕਰ ਪੁੱਛਿਆ ਜਾਵੇ ਤਾਂ ਫਿਰ ਕੌਣ ਸੀਗਾ? ਖੜਕ ਸਿੰਘ। ਖੜਕ ਸਿੰਘ ਫਸਟ ਇਲੈਕਟਡ ਪ੍ਰੈਜ਼ੀਡੈਂਟ ਖੜਕ ਸਿੰਘ ਸੀਗਾ। ਬਟ ਫਿਲਹਾਲ ਇਲੈਕਸ਼ਨਾਂ ਕੋਈ ਨਹੀਂ ਸੀਗੀਆਂ। ਪਹਿਲੀ ਵਾਰ SGPC ਦੀ ਮੀਟਿੰਗ ਹੋਈ ਤਾਂ ਉਹ ਮੀਟਿੰਗ ਜਿਹੜੀ ਹੋਈ ਆ ਪਹਿਲਾ ਸਤਰ ਹੋਇਆ 12 ਦਸੰਬਰ 1920 ਨੂੰ ਹੋਇਆ। ਉਦੋਂ ਪ੍ਰੈਜ਼ੀਡੈਂਟ ਜਿਹੜਾ ਸੀਗਾ, ਉਦੋਂ ਪ੍ਰੈਜ਼ੀਡੈਂਟ ਸੁੰਦਰ ਸਿੰਘ ਮਜੀਠੀਆ ਸੀ। ਫਿਰ ਇਲੈਕਸ਼ਨਾਂ ਹੋਈਆਂ, ਇਲੈਕਸ਼ਨਾਂ ਤੋਂ ਬਾਅਦ ਪਹਿਲਾ ਪ੍ਰੈਜ਼ੀਡੈਂਟ ਕੌਣ ਬਣਿਆ? ਖੜਕ ਸਿੰਘ। ਸੋ ਇਹ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਜੀ ਕਹਿੰਦਾ ਬ੍ਰਿਟਿਸ਼ ਗਵਰਨਮੈਂਟ ਸੈਟ ਅਪ ਕਮੇਟੀ ਕੰਸਿਸਟਿੰਗ ਆਫ 36 ਸਿੱਖਸ ਡਿਊਰਿੰਗ ਦਾ ਗੁਰਦੁਆਰਾ ਰਿਫਾਰਮ ਮੂਵਮੈਂਟ। ਯਾਨੀ ਜਦੋਂ ਗੁਰਦੁਆਰਾ ਸੁਧਾਰ ਮੂਵਮੈਂਟ ਚੱਲ ਰਹੀ ਸੀ, ਗੁਰਦੁਆਰਾ ਤੁਹਾਨੂੰ ਪਤਾ ਮਹੰਤਾਂ ਕੋਲੇ ਸੀ, ਗੁਰਦੁਆਰਾ ਮਹੰਤਾਂ ਤੋਂ ਰਿਲੀਜ਼ ਕਰਾਉਣਾ ਸੀ। ਸੋ ਗੁਰਦੁਆਰਾ ਰਿਫਾਰਮ ਮੂਵਮੈਂਟ ਚੱਲੀ 1920 ਤੋਂ ਲੈ ਕੇ 25 ਤੱਕ। ਸੋ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹੜੀ ਹੈਗੀ ਆ, ਕਹਿੰਦਾ ਉਹਦੇ ਵਿੱਚ 36 ਸਿੱਖਾਂ ਦੀ ਇੱਕ ਕਮੇਟੀ ਬਣੀ ਸੀ, ਬ੍ਰਿਟਿਸ਼ ਗਵਰਨਮੈਂਟ ਦੁਆਰਾ ਉਹ ਬਣਾਈ ਗਈ ਸੀ। ਐਂਡ ਉਹ ਜਿਹੜੀ 36 ਸਿੱਖਾਂ ਦੀ ਕਮੇਟੀ ਸੀ ਉਹ ਕਿਹਦੇ ਹੈਲਪ ਦੇ ਨਾਲ ਬਣੀ ਸੀ? ਬੇਸਿਕਲੀ ਕਿਹਦੇ ਐਡਵਾਈਸ ਤੇ ਬਣੀ ਸੀਗੀ? ਸੋ ਇਹ ਕਾਫੀ ਇੰਪੋਰਟੈਂਟ ਆ। ਸੋ ਵਿਦ ਦਾ ਹੈਲਪ ਆਫ ਸੁੰਦਰ ਸਿੰਘ ਮਜੀਠੀਆ? ਨਹੀਂ, ਰਾਈਟ। ਵਿਦ ਦਾ ਐਡਵਾਈਸ ਆਫ ਮਹਾਰਾਜਾ ਭੁਪਿੰਦਰ ਸਿੰਘ ਆਫ ਪਟਿਆਲਾ। ਸੋ ਹੁਣ ਇਹ ਫਿਲਹਾਲ ਤਾਂ ਤੁਹਾਨੂੰ ਆਈ ਯਾਦ ਕਰਨਾ ਪੈਣਾ, ਬਟ ਇਹ ਮੈਂ ਪੜ੍ਹਾ ਰੱਖਿਆ, ਪੂਰੀ ਚੰਗੀ ਤਰ੍ਹਾਂ ਇਹਦੀ ਸਟੋਰੀ ਦੱਸ ਰੱਖੀ ਆ। ਬਟ ਫਿਰ ਵੀ ਚਲੋ ਹੁਣ ਤੁਸੀਂ ਫਿਲਹਾਲ ਇਹਨੂੰ ਯਾਦ ਰੱਖੋ।
ठीक है, विद द एडवाइस ऑफ महाराजा भुपिंदर सिंह ऑफ पटियाला। सो इन्हां दी एडवाइस ते ही बेसिकली 36 सिखां दी कमेटी बनी सी। इस तो बाद आ गया धन्नवाद। सो मेरे हिसाब दे नाल इन्नी मैं काली क्यों कराई है, क्योंकि मैनूं ऐ लगदा कि बिल्कुल फोकस तुसीं की रखना कि इस क्वेश्चन का की आंसर आऊगा, बस इन्ना फोकस रखना। तो थोड़ी बहुत डिटेल, थोड़ी बहुत का मतलब एक अद्धा चीज़ वो नाल दा पता हो कि आंसर क्यों आया। जिवें आपां करंट अफेयर भी गल की, जिवें दस्सिया कि ब्राजील का भाई है ना, तो थोड़ा जिहा बस वो आंसर याद रखना सौखा हो जाता। ज़्यादा डिटेलों के हजे ना पिओ, क्योंकि हजे बहुत सारे मॉक टेस्ट आप करांगे, बहुत सारे जीके के सैशन करांगे, फिर इन्ना कुछ इकट्ठा हो जाऊगा, फिर इन्नी डिटेल तुसीं किवें सामोगे। सो मेरा फोकस सिर्फ इन्ना कि जिन्ने तुहानूं मैं क्वेश्चन कराऊंगा बस उन्हां दा आंसर पता होना चाहिए। पेपर दे विच तुहानूं एज इट इज़ वो क्वेश्चन मिल जाएंगे। सेम जो आप मैथ के सैशन लावांगे उहदे विचों भी तुहानूं काफ़ी कुछ मिलेगा, ये मेरी गारंटी है। राइट है। सो थैंक यू सो मच, बाय बाय, टेक केयर। बाकी हाँ, PDF लेना चाहते मैं फिर दस देना कि जेकर PDF की चाहवान हो तो PDF वास्ते तुहानूं एप्लीकेशन इंस्टॉल करनी पैनी है। प्रोफाइल ते जाके बैच ते क्लिक करके फिर तुसीं बैच कोड YouTube PDFs फिल कर सकते हो। तुहानूं PDF जिहड़ी हैगी उस ग्रुप दे विच चले जाओगे, उत्थे PDFs तुहानूं डेली अपडेट होंदियां मिल जाणगियां। सो थैंक यू सो मच, बाय बाय, टेक केयर। आपां होर नवीं वीडियोज़ नाल इसे तरीके नाल मिलदे रहांगे ते बाबा नानक मेहर करे, चढ़दी कला च रहो। धन्नवाद, टेक केयर।